रात ਨੂੰ 11 ਤੋਂ ਲੈ ਕੇ ਤੜਕੇ ਪੌਣੇ 4 ਵਜੇ ਤੱਕ ਮੈਂ ਵੀ ਬੈਠਦਾ ਸਿਮਰਨ ਕਰਨ, ਨਾਲੇ ਮੈਂ ਡਿਊਟੀ ਕਰਦਾ। 4 ਤੋਂ ਲੈ ਕੇ ਫਿਰ ਸੌਣਾ ਨਹੀਂ, ਫਿਰ ਹਰਮੰਦਰ ਸਾਹਿਬ ਤੋਂ ਕੀਰਤਨ ਨਾ ਫਿਰ ਉਹ ਸੁਣਨਾ 6 ਵਜੇ ਤੱਕ, ਫਿਰ ਜਾ ਕੇ ਥੋੜੀ ਅੱਖ ਲਾਉਣੀ ਹੈ, ਘੰਟਾ 2 ਘੰਟੇ ਸੌਣਾ। ਭਈ ਉਹਨੂੰ ਸਾਹਮਣੇ ਸਾਖਿਆਤ ਜਿਹਨੂੰ ਮਰਜ਼ੀ ਦੇਖ ਲਵੇ, ਹੁਣ ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ, ਉਹ ਗੁਰੂ ਅੰਗਦ ਦੇਵ ਜੀ ਨੂੰ ਮਿਲੇ, ਉਹ ਭਾਵੇਂ ਪਾਰ ਬ੍ਰਹਮ ਨੂੰ ਮਿਲੇ, ਉਹ ਸਾਰਿਆਂ ਨੂੰ ਮਿਲੇ। ਕਿਉਂ? ਕਿਉਂਕਿ ਉਹ ਜਾਗਤ ਰਹਿਣ ਵਿਹਾਣੀ, ਪਿੰਨੀ ਰਹਿ ਨੜੀਐ ਚਾਮਕਨ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਾਰੀ ਰਾਤ ਜਾਗਣਾ ਉਹੀ ਤਾਂ ਮੈਨੂੰ ਮਿਲਣਗੇ, ਉਹ ਜਿਨ੍ਹਾਂ ਨੇ ਸਾਰੀ ਰਾਤ ਸੁੱਤੇ ਰਹਿਣਾ, ਘਰਾੜੇ ਮਾਰੀ ਜਾਣੇ ਨੇ, ਸਵੇਰੇ ਉੱਠ ਕੇ ਕਹਿਣਾ ਰੱਬ ਕਿੱਥੇ ਆ ਬਈ, ਰੱਬ ਕਿਤੇ ਹੁਣ ਤੇਰੇ ਕੋਲ ਖੜਾ। ਮਹਾਰਾਜ ਕਹਿੰਦੇ ਇਹ ਲੋਕ ਜਿਹੜੇ 5 ਮਿੰਟ ਸਿਮਰਨ ਵਾਲੇ ਨੇ ਨਾ, ਇਹਨਾਂ ਨੂੰ ਠੀਕ ਆ ਮਾੜਾ ਮੋਟਾ ਫਲ ਦੇਵਾਂਗੇ, ਪਰ ਸਮਝਾਓ ਬਈ ਸਵਾਸ ਸਵਾਸ ਸਿਮਰਨ ਕਰੋ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਇਹ ਗੁਰੂ ਦੇ ਉਪਦੇਸ਼ ਦੁਆਰਾ ਜਾਣੀ, ਗੁਰ ਸ਼ਬਦ ਜਾਣੀ, ਗੁਰੂ ਦੇ ਉਪਦੇਸ਼ ਦੁਆਰਾ ਜਾਣੀ। ਅਨਹਤ ਇੱਕ ਰਸ ਬਾਣੀ, ਜਿਹੜੀ ਅੰਦਰ ਵੀ ਜਿਹੜੀ ਬਾਣੀ ਆਪਣੇ ਚੱਲਦੀ ਹੈ ਵਾਹਿਗੁਰੂ ਮੰਤਰ, ਤੇ ਬਾਹਰ ਵੀ ਗੁਰੂ ਦੀ ਬਾਣੀ, ਇਹ ਗੁਰੂ ਦੇ ਉਪਦੇਸ਼ ਦੁਆਰਾ ਹੀ ਜਾਣੀ ਹੈ। ਹਰ ਨਾਮ, ਹਰੀ ਦਾ ਨਾਮ ਜਪ ਕੇ ਹਰੀ ਦੇ ਰਸ ਨੂੰ ਭੋਗੋ। ਭੋਗਿਆ ਹੈ ਅਸੀਂ ਵੀ ਕਹਿੰਦੇ, ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਸਾਰੇ ਕਾਰਨਾਂ ਨੂੰ ਕਰਨ ਯੋਗ ਜੋ ਵਾਹਿਗੁਰੂ ਹੈ ਉਹ ਆਪ ਸਾਨੂੰ ਮਿਲਿਆ। ਵਾਹਿਗੁਰੂ ਇੱਕ ਤਾਂ ਹੁੰਦਾ ਕਿ ਆਪਾਂ ਵਾਹਿਗੁਰੂ ਨੂੰ ਉਡੀਕੀਏ, ਕਾਦੋਂ ਦਰਸ਼ਨ ਦਿੰਦੇ ਨੇ। ਇੱਕ ਹੁੰਦਾ ਕਿ ਵਾਹਿਗੁਰੂ ਖੁਦ ਆ ਕੇ ਬੰਦੇ ਨੂੰ ਪੁੱਛਣ, ਦੱਸ ਬਈ ਤੇਰੀ ਇੱਛਾ ਕੀ ਹੈ। ਭਗਤ ਕਬੀਰ ਜੀ ਦੇ ਮਗਰ ਮਗਰ ਨੇ ਪਰਮੇਸ਼ਰ, ਆਪਾਂ ਲੱਭਦੇ ਫਿਰਦੇ ਹਾਂ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛਾ ਲਾਗੋ ਹਰ ਫਿਰਾ ਕਹਿਤ ਕਬੀਰ ਕਬੀਰ। ਕਬੀਰ ਜੀ ਕਹਿੰਦੇ ਮੈਂ ਅੱਗੇ ਅੱਗੇ, ਉਹ ਪਿੱਛੇ ਪਿੱਛੇ ਨੇ। ਕਿਉਂਕਿ ਪਰਮੇਸ਼ਰ ਵੀ ਭਗਤਾਂ ਦਾ ਦੀਵਾਨਾ ਹੋ ਜਾਂਦਾ ਹੈ, ਉਹਨਾਂ ਦੇ ਮਗਰ ਮਗਰ। ਪਰਮੇਸ਼ਰ ਨੂੰ ਲਿਖਿਆ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਕਿ ਉਹ ਅਭਗਤ ਹੈ, ਕਿਸੇ ਦੀ ਭਗਤੀ ਨਹੀਂ ਕਰਦਾ ਉਹ। ਪਰ ਹੈਰਾਨਗੀ ਦੀ ਗੱਲ, ਉਹ ਭਗਤਾਂ ਦੀ ਭਗਤੀ ਕਰਦਾ। ਭਗਤਾਂ ਕਾ ਆਗਿਆਕਾਰੀ, ਸਦਾ ਸਦਾ ਸੁਖਦਾਈ। ਭਗਤਾਂ ਦਾ ਨੌਕਰ ਬਣਨ ਨੂੰ ਤਿਆਰ ਹੋ ਜਾਂਦਾ, ਸੇਵਾਦਾਰ ਬਣ ਜਾਂਦਾ, ਕਿਉਂਕਿ ਉਹਦੇ ਅੰਦਰ ਹੰਗਤਾ ਨਹੀਂ ਹੈ। ਉਹ ਨਹੀਂ ਕਹਿੰਦਾ ਕਿ ਮੈਂ ਬਹੁਤ ਵੱਡਾ ਹਾਂ। ਸੇਵਾ ਦੱਸੋ ਜੀ, ਜਿਹੜੀ ਸੇਵਾ ਨੂੰ ਆਪਣੇ ਵਿੱਚੋਂ ਕੋਈ ਨਹੀਂ ਤਿਆਰ, ਵੀ ਇੰਨੀ ਔਖੀ ਸੇਵਾ ਕੌਣ ਕਰੇ, ਉਹ ਪਰਮੇਸ਼ਰ ਫਿਰ ਆਪ ਕਰਦੇ ਨੇ। ਕਹਿੰਦੇ ਇਹ ਸੇਵਾ ਮੈਨੂੰ ਬਖਸ਼ੋ ਸੰਗਤ ਦੀ, ਕਿਉਂਕਿ ਉਹਨਾਂ ਦੀ ਨਿਮਰਤਾ ਹੀ ਬਹੁਤ ਜ਼ਿਆਦਾ ਪਰਮੇਸ਼ਰ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਪੌੜੀ ਦੇ ਵਿੱਚ ਇਤਨਾ ਸੁੰਦਰ ਉਪਦੇਸ਼ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕਰ ਦਿੱਤਾ ਕਿ ਅਕਾਲ ਪੁਰਖ ਦੇ ਚਰਨਾਂ ਨਾਲ ਜੇ ਜੁੜਨਾ, ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਉਪਦੇਸ਼ ਪ੍ਰਾਪਤ ਕਰ ਲਓ, ਪਹਿਲਾਂ ਸਿੱਖਿਆ ਲੈ ਲਓ, ਚੰਗੀ ਤਰ੍ਹਾਂ ਸਿੱਖਿਆ ਲੈ ਕੇ ਫਿਰ ਨਾਮ ਦੇ ਨਾਲ ਜੁੜ ਜਾਓ। ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਫੇਰ ਕਰੋ। ਇਸ ਕਰਕੇ ਇਹ ਜਾਣਨਾ, ਮਨ ਦੇ ਅੰਦਰ ਵਸਾ ਲੈਣਾ ਕਿ ਨਾਮ ਮੇਰੇ ਪ੍ਰਾਣ ਨੇ ਤੇ ਪ੍ਰਾਣ ਹੀ ਨਾਮ ਹੈ। ਜਦੋਂ ਸਾਡੇ ਮਨ ਦੇ ਅੰਦਰ ਇਹ ਗੱਲ ਆ ਗਈ ਕਿ ਮੇਰੀ ਰੂਹ ਦੀ ਖੁਰਾਕ ਹੈ, ਮਹਾਰਾਜ ਕਹਿੰਦੇ ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਤੜਫ ਤੜਫ ਕੇ, ਤੇ ਮੱਛੀ ਪਾਣੀ ਤੋਂ ਬਿਨਾਂ ਤੜਫ ਕੇ ਮਰ ਜਾਂਦੀ ਹੈ, ਤੇ ਬੰਦਾ ਐਵੇਂ ਰੋਟੀਆਂ ਖਾਈ ਜਾਂਦਾ। ਮਹਾਰਾਜ ਕਹਿੰਦੇ ਤੇਰਾ ਤਾਂ ਕੋਈ ਹਾਲ ਨਹੀਂ, ਤੂੰ ਤੇ ਅਮਲੀ ਤੋਂ ਵੀ ਭੈੜਾ। ਅਮਲੀ ਅਮਲ ਨਾਲ ਤਾਂ ਜੁੜਿਆ, ਮੱਛੀ ਪਾਣੀ ਨਾਲ ਜੁੜੀ, ਤੂੰ ਕਾਹਦੇ ਨਾਲ ਜੁੜਿਆ। ਸਤਿਗੁਰੂ ਮਹਾਰਾਜ ਆਪਾਂ ਨੂੰ ਕਹਿੰਦੇ ਨੇ ਨਾਮ ਨਾਲ ਇੰਨਾ ਜੁੜ ਜਾ ਜਿਵੇਂ ਅਮਲੀ ਅਮਲ ਨਾਲ ਜੁੜਿਆ ਹੁੰਦਾ। ਭਈ ਮੈਥੋਂ ਤਾਂ ਰਿਹਾ ਨਹੀਂ ਜਾਂਦਾ ਇਹਦੇ ਤੋਂ ਬਿਨਾਂ। ਵਾਹਿਗੁਰੂ 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 ਵਾਹਿਗੁਰੂ। बड़े बड़े चंगे काम पे ने, किसी ने सेवा की है, किसी ने सिमरन किया है, किसी ने भगती की है। उन्होंने नाम ने दुनिया विच
ਭਰੂ ਪ੍ਰਹਲਾਦ ਦਾ ਨਾਮ ਹੈ, ਵਾਲਮੀਕ ਜੀ ਦਾ ਨਾਮ ਹੈ, ਕਬੀਰ ਫਰੀਦ ਦਾ ਨਾਮ ਹੈ। ਤੇਰਾ ਨਾਮ ਰਹੂਗਾ ਦੁਨੀਆ 'ਚ। ਤੇਰੇ ਮਰਨ ਤੋਂ 10 ਦਿਨ ਤੱਕ ਲੋਕ ਤੈਨੂੰ ਯਾਦ ਕਰਨਗੇ, ਬਾਅਦ 'ਚ ਤੈਨੂੰ ਕਿਸੇ ਨੇ ਯਾਦ ਨਹੀਂ ਕਰਨਾ। ਕੋਈ ਇਹੋ ਜਿਹਾ ਕੰਮ ਕਰ ਜਿਹਦੇ ਨਾਲ ਤੂੰ ਦੁਨੀਆ ਭਰ ਦੇ ਵਿੱਚ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੇ। ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਤੂੰ ਕੀ ਕਰਮ ਕਮਾਇਆ? ਜਦੋਂ ਜੱਗ ਵਿੱਚ ਆਇਆ ਤਾਂ ਕੀ ਕੰਮ ਕੀਤਾ ਹੈ? ਜਾਂ ਤੂੰ ਜੇ ਤਾਂ ਤੂੰ ਰੋਟੀਆਂ ਹੀ ਖਾਧੀਆਂ ਨੇ, ਜੇ ਸੁੱਤਾ ਹੀ ਆ, ਤਾਂ ਫਿਰ ਇਹ ਤਾਂ ਕਿਸੇ ਗਿਣਤੀ 'ਚ ਨਹੀਂ। ਇਹ ਤਾਂ ਪਸ਼ੂਆਂ ਵਾਲਾ ਕੰਮ ਹੈ, ਪਸ਼ੂ ਵੀ ਐਸੇ ਕਰਦੇ ਨੇ। ਫਿਰ ਤੇਰਾ ਕਿਹੜੀ ਗਿਣਤੀ? ਭਾਈ ਬਚਿੱਤਰ ਸਿੰਘ ਦਾ ਨਾਮ ਲੈਣੇ ਕਿਉਂ ਲੈਣੇ? ਭਾਈ ਲਾਲੋ ਦਾ ਨਾਮ ਕਿਉਂ ਲੈਣੇ? ਬਾਬਾ ਬੁੱਢਾ ਜੀ ਨੂੰ ਕਿਉਂ ਯਾਦ ਕਰਦੇ ਨੇ? ਗੁਰਸਿੱਖਾਂ ਨੂੰ, ਭਗਤਾਂ ਸੰਤਾਂ ਨੂੰ ਹੁਣ ਤੱਕ ਯਾਦ ਕਰਦੇ ਆ, ਤੇ ਤੇਰਾ ਨਾਮ ਇੱਥੇ ਦੁਨੀਆ 'ਚ ਨਹੀਂ ਰਹਿਣਾ ਹੈ। ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਹਿਰਦੇ 'ਚ ਵਸਾਇਆ ਹੈ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਤੂੰ ਤਾਂ ਵਸਾਇਆ ਨਹੀਂ। ਜਿਸ ਵਾਹਿਗੁਰੂ ਨੇ ਤੇਰੇ ਅੰਗ ਪ੍ਰਤੰਗ ਬਣਾਏ ਨੇ, ਤੇਰੀ ਰਚਨਾ ਰਚੀ ਹੈ, ਤੂੰ ਉਸ ਨੂੰ ਹਿਰਦੇ 'ਚ ਹੀ ਨਹੀਂ ਵਸਾਇਆ ਹੈ। ਪਰ ਇਹ ਕਾਨੂੰਨ ਯਾਦ ਕਰ ਲੈ ਕਿ ਗੁਰੂ ਦੀ ਕਿਰਪਾ ਬਿਨਾ, ਇਹ ਗੁਰੂ ਦੀ ਸੰਗਤ ਤੋਂ ਬਿਨਾ ਇਹ ਹਿਰਦੇ 'ਚ ਨਾਮ ਨਹੀਂ ਵਸਦਾ ਹੈ। ਕਾਹਲ ਵਿੱਚ ਕੋਈ ਕੰਮ ਨਹੀਂ ਬਣਦਾ। ਆਪਾਂ ਕਿਤੇ ਵੀ ਜਾਂਦੇ ਹਾਂ, ਦੁਕਾਨ ਤੇ ਵੀ ਜਾਂਦੇ ਹਾਂ, ਜਲਦੀ ਪਹਿਲਾਂ ਮੈਨੂੰ ਸੌਦਾ ਦਿਓ, ਪਹਿਲਾਂ ਮੈਨੂੰ ਆਹ ਚੀਜ਼ ਦਿਓ। ਹਰੇਕ ਜਗ੍ਹਾ ਆਪਣੀ ਕਾਹਲੀ ਹੁੰਦੀ। ਦੁਕਾਨਦਾਰ ਵੀ ਕਹਿੰਦਾ ਟੇਕ ਕੇ ਖੜ ਬਈ, ਜਿਹੜੇ ਪਹਿਲਾਂ ਆਏ ਹੋਏ ਨੇ ਉਹਨਾਂ ਨੂੰ ਸੌਦਾ, ਜੇ ਨਹੀਂ ਜ਼ਿਆਦਾ ਕਾਹਲੀ ਅੱਗੇ ਚਲਾ ਜਾ। ਹਰੇਕ ਜਗ੍ਹਾ ਕਾਹਲੀ ਵਾਲੇ ਨੂੰ ਜਵਾਬ ਇਹੀ ਮਿਲਦਾ, ਭਾਈ ਜੇ ਬਹੁਤੀ ਕਾਹਲੀ ਗਾਹਾਂ ਚਲਾ ਜਾ। ਇੱਕ ਕਾਹਲ ਹੈ ਜਿਹੜੀ ਸਾਡੇ ਮਨ ਦੇ ਅੰਦਰ, ਕਾਹਲ ਨੂੰ ਸਹਿਜ ਵਿੱਚ ਬਦਲਣਾ ਹੈ। ਕਾਹਲ ਮਾਇਆ ਦੀ ਉਪਾਧੀ ਹੈ। ਸਹਿਜ ਵਿੱਚ ਮਿਲਣਾ, ਜੋ ਕੁਝ ਮਿਲਣਾ ਟਿਕ ਕੇ ਮਿਲਣਾ, ਹੌਲੀ ਹੌਲੀ, ਕਾਹਲੇ ਨਹੀਂ ਪੈਣਾ, ਟਿਕੇ ਰਹੋ ਲੰਬੇ ਸਮੇਂ ਤੱਕ। ਬਿਲਕੁਲ ਮਨ ਦਾ ਟਿਕਾ ਬਣਾ ਕੇ ਰੱਖੋ। ਗੁਰ ਪ੍ਰਸਾਦੀ ਹਰ ਮਨ ਵਸਿਆ। ਗੁਰੂ ਦੀ ਕਿਰਪਾ ਨਾਲ ਹਰੀ ਮਨ ਵਿੱਚ ਵਸਦੇ ਨੇ। ਸਤਿਗੁਰੂ ਕਹਿੰਦੇ ਮੈਨੂੰ ਵੀ ਦਿਖਦਾ ਹੈ ਕਿ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਹੀ ਦਿਖਦਾ। ਮਹਾਰਾਜ ਕਈ ਵਾਰੀ ਕਹਿੰਦੇ ਮੈਨੂੰ ਵੀ ਦਿਖਦਾ ਹੈ, ਮੈਂ ਜਾਣਦਾ ਨਹੀਂ ਤੇਰੇ ਬਾਰੇ। ਕਮਾਈ ਤਾਂ ਤੂੰ ਇੰਨੀ ਥੋੜੀ ਕਰਦਾ ਹੈ ਤੇ ਮੰਗਦਾ ਤੂੰ ਬਹੁਤਾ ਜ਼ਿਆਦਾ ਹੈ। ਪਹਿਲਾਂ ਤਾਂ ਤੂੰ ਕਮਾਈ ਦੇਖਿਆ ਕਰ, ਜਿਨ੍ਹਾਂ ਨੂੰ ਅਸੀਂ ਬਖਸ਼ਿਸ਼ਾਂ ਕੀਤੀਆਂ ਵੀ ਉਹਨਾਂ ਦੀ ਕਿੰਨੀ ਕਿੰਨੀ ਕਮਾਈ ਹੈ। ਤੂੰ ਵੀ ਕਮਾਈ ਕਰ, ਚਲੋ ਉਸ ਤੋਂ ਅੱਧੀ ਕਰ ਲੈ, ਉਹਨਾਂ ਤੋਂ ਚੌਥਾ ਗੁਣਾ ਕਰ ਲੈ, ਕੁਛ ਤਾਂ ਕਰ, ਬਿਨਾਂ ਕਮਾਈ ਤੋਂ ਨਾ ਮੰਗ। ਨਾਲੇ ਇੱਕ ਗੱਲ ਯਾਦ ਰੱਖੋ, ਕਹਿੰਦੇ ਨੇ ਪੂਰਬ ਲਿਖਿਆ ਪਾਇਆ। ਪਿਛਲੇ ਜਨਮ ਦੀ ਕਮਾਈ ਇਹਦੇ ਵਿੱਚ ਰਲਦੀ ਆ ਕਿ ਉਹ ਪਿਛਲੇ ਜਨਮ ਦਾ ਲਿਖਿਆ ਹੋਇਆ, ਪੂਰਬਲਾ ਕਮਾਇਆ ਹੋਇਆ ਹੀ ਸਾਨੂੰ ਅੱਗੇ ਆ ਕੇ ਹੁਣ ਮਿਲਦਾ ਹੈ। ਜੇ ਪਿਛਲੇ ਕਰਮ ਨਹੀਂ ਹਲੇ ਚੰਗੇ ਕੀਤੇ ਤਾਂ ਨਹੀਂ ਮਿਲਣਾ। ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਇਹ ਸਰੀਰ ਤਾਂ ਪ੍ਰਵਾਨ ਹੁੰਦਾ ਅਕਾਲ ਪੁਰਖ ਦੇ ਦਰ ਤੇ। ਕਿਸੇ ਵੀ ਸਰੀਰ ਦੀ ਪ੍ਰਵਾਨਗੀ ਇਸੇ ਕਰਕੇ ਹੁੰਦੀ ਜਿਨ੍ਹਾਂ ਸਤਿਗੁਰੂ ਜੀ ਨਾਲ ਪੂਰਾ ਅੰਦਰੋਂ ਚਿੱਤ ਲਾਇਆ ਹੈ, ਚਿੱਤ ਜੋੜਿਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਸ਼ਰਧਾ ਨਾਲ ਸੇਵਾ। ਜਿਨ੍ਹਾਂ ਦੇ ਘਰਾਂ ਵਿੱਚ ਮਹਾਰਾਜ ਦੇ ਸਰੂਪ ਨੇ, ਉਹਨਾਂ ਦੇ ਘਰ ਵਿੱਚ ਸੱਚਖੰਡ ਹੋਣਾ ਚਾਹੀਦਾ, ਜਿੱਥੇ ਪ੍ਰਕਾਸ਼ ਹੁੰਦਾ ਹੈ, ਸੁਖਾਸਣ ਹੁੰਦਾ ਹੈ। ਹੁਣ ਜਿਹੜੀਆਂ ਪੁਰਾਣੀਆਂ ਰਹੁ ਰੀਤਾਂ ਸੀ, ਉਹ ਨਿੱਕੀਆਂ ਨਿੱਕੀਆਂ ਕਮਰੀਆਂ ਜੀਆਂ ਬਣਾਉਣੀਆਂ, ਉਹ ਬੰਦ ਕਰ ਦਿਓ। ਵੱਡਾ ਹਾਲ ਦਿਓ, ਕਮਰਾ ਦਿਓ ਮਹਾਰਾਜ ਨੂੰ। ਜੇ ਸਰੂਪ ਘਰ ਲੈ ਕੇ ਆਉਣਾ, ਵੱਡਾ ਕਮਰਾ, ਵੱਡਾ ਪਲੰਗ, ਬਿਲਕੁਲ ਗੁਰਦੁਆਰਾ ਸਾਹਿਬ ਦੀ ਤਰ੍ਹਾਂ ਹੀ ਹਰ ਚੀਜ਼। ਕਈਆਂ ਘਰਾਂ ਵਿੱਚ ਜਾ ਕੇ ਮਨ ਬਹੁਤ ਖੁਸ਼ ਹੁੰਦਾ ਹੈ, ਕਈਆਂ 'ਚ ਬੜਾ ਦੁਖੀ ਹੁੰਦਾ ਵੀ ਮਹਾਰਾਜ ਨੂੰ ਸਮਝਿਆ ਕੀ। ਜਿਨ੍ਹਾਂ ਨੇ ਸਤਿਗੁਰੂ ਨਾਲ ਚਿੱਤ ਲਾਇਆ ਹੈ, ਉਹ ਸਤਿਗੁਰੂ ਦੀ ਸੇਵਾ ਕਰੋ। ਬਿਲਕੁਲ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸੇਵਾ ਕਰਨੀ। ਹੁਣ ਮਹਾਰਾਜ ਕਹਿੰਦੇ ਨੇ ਅੱਖਾਂ ਦੀ ਗੱਲ ਲੈ ਲਓ ਵੀ ਅੱਖਾਂ ਨੂੰ ਸਮਝਾਈਏ ਆਪਣੀਆਂ ਨੂੰ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਹੈ ਜੋਤ ਧਰੀ। ਇਹ ਮੇਰੀ ਅੱਖੋਂ ਤੁਸੀਂ ਤਾਂ ਦੇਖਦੇ ਹੋ ਕਿ ਵਾਹਿਗੁਰੂ ਨੇ ਤੁਹਾਡੇ 'ਚ ਕਲਾ ਰੱਖੀ ਹੋਈ ਹੈ, ਜੋਤ ਰੱਖੀ ਹੋਈ। ਜਦੋਂ ਕਈ ਬਜ਼ੁਰਗਾਂ ਦੀਆਂ ਅੱਖਾਂ ਬਿਲਕੁਲ ਦਿਖਣੋਂ ਹਟ ਜਿਵੇਂ ਚੈੱਕ ਕਰਾਉਣ ਜਾਂਦੇ ਨੇ, ਫਿਰ ਡਾਕਟਰ ਕਹਿੰਦਾ ਬਾਬਾ ਹੁਣ ਤਾਂ ਜੋਤ ਅੰਦਰੋਂ ਹੀ ਖਤਮ ਹੋ ਗਈ, ਹੁਣ ਨਹੀਂ ਗੱਲ ਬਣਨੀ। ਜਵਾਬ ਹੋ ਗਿਆ। ਤਾਂ ਮਹਾਰਾਜ ਕਹਿੰਦੇ ਨੇ ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਨੇਤਰਾਂ ਤੇਰਿਆਂ ਨੂੰ ਜੋਤ ਦੇ ਕੇ ਰੱਖੀ, ਸ਼ਾਇਦ ਕੋਈ ਚੰਗਾ ਕੰਮ ਕਰੇ, ਸ਼ਾਇਦ ਕਿਤੇ ਚੰਗਾ ਕੰਮ ਕਰੇ। ਇਹਨੂੰ ਟੀਵੀ ਤੋਂ ਹੀ ਫੁਰਸਤ ਨਹੀਂ ਹੈਗੀ, ਟੀਵੀ ਦੇਖੀ ਜਾਂਦਾ ਸਾਰਾ ਦਿਨ। ਮੈਂ ਅੱਖਾਂ ਇਸ ਕੰਮ ਨੂੰ ਥੋੜੀ ਲਾਈਆਂ ਸੀ।
ਅੱਖਾਂ ਦੀ ਦੁਰਵਰਤੋਂ ਕਿੰਨੀ ਕਰਦਾ। ਪਰਤਰੈ ਰੂਪ ਨਾ ਵੇਖੈ ਨੇਤਰ, ਅੱਖਾਂ ਨਾਲ ਦੇਖਦਾ। ਅੱਖੀਂ ਸੂਤਕ ਵੇਖਣਾ ਪਰਤਰੈ ਪਰ ਤਨ ਰੂਪ, ਕੰਨੀ ਸੂਤਕ ਕੰਨ ਪੈ ਲਾਇ ਤਬਾਰੀ ਖਾਏ, ਨਾਨਕ ਹੰਸਾ ਆਦਮੀ ਵੱਧੇ ਜੰਮਪੁਰ ਜਾਏ। ਤਾਂ ਮਹਾਰਾਜ ਕਹਿੰਦੇ ਮੈਂ ਅੱਖਾਂ ਲਾਈਆਂ ਸੀ, ਮੈਂ ਆਖਿਆ ਸ਼ਾਇਦ ਗੁਰਬਾਣੀ ਪੜੂਗਾ। ਮੈਂ ਚੰਗੀ ਕੋਠੀ ਦਿੱਤੀ, ਕਾਰ ਦਿੱਤੀ, ਵੀ ਕਹਿੰਦਾ ਹੁੰਦਾ ਸੀ ਕਾਰ ਹੋਵੇ ਨਾ ਫਿਰ ਦਮਦਮਾ ਸਾਹਿਬ ਜਾ ਕੇ ਆਵਾਂਗੇ, ਫਿਰ ਉੱਥੇ ਜਾ ਕੇ ਆਵਾਂਗੇ, ਫਿਰ ਉੱਥੇ ਜਾ ਕੇ ਫਿਰ ਅਸੀਂ ਬੜੀ ਯਾਤਰਾ ਕਰਾਂਗੇ। ਮੁੜ ਕੇ ਕਾਰ ਤੇ ਪਤਾ ਨਹੀਂ ਕਿੱਧਰ ਹੋਰ ਪਾਸੇ ਤੁਰਿਆ ਰਹਿੰਦਾ। ਕੋਠੀ ਦਿੱਤੀ ਸੀ ਵੀ ਚੱਲ ਆਰਾਮ ਨਾਲ ਬਹਿ ਕੇ ਅੰਦਰ ਬੈੱਡ ਤੇ ਬਹਿ ਕੇ ਜਾਂ ਕਿਤੇ ਹੋਰ ਬੈਠ ਕੇ ਕੋਈ ਸਾਧਨ ਕਰੂਗਾ, ਕੋਈ ਬਾਣੀ ਪੜੂਗਾ, ਕੋਈ ਸੌਂਦਾ ਹੀ ਰਹਿੰਦਾ ਹਰ ਟਾਈਮ। ਇਹਦੇ ਨਾਲ ਤਾਂ ਝੌਂਪੜੀ ਠੀਕ ਸੀ, ਸਾਈਕਲ ਤੇ ਚੰਗਾ ਸੀ ਤੂੰ। ਮਹਾਰਾਜ ਕਹਿੰਦੇ ਨੇ ਜਦੋਂ ਜਿੰਨੇ ਮੈਂ ਸੁੱਖ ਦੇ ਸਾਧਨ ਦਿੱਤੇ ਸੀ ਇਸ ਕਰਕੇ ਦਿੱਤੇ ਸੀ ਵੀ ਪਾਠ ਕਰੇਗਾ, ਬਾਣੀ ਪੜ੍ਹੇਗਾ, ਸੰਗਤ ਦੀ ਸੇਵਾ ਕਰੇਗਾ, ਤੂੰ ਤੇ ਬੇਈਮਾਨ ਹੋ ਗਿਆ, ਚੀਜ਼ਾਂ ਲੈ ਕੇ ਮੁੱਕਰਦਾ ਜਾਂਦਾ ਤੂੰ ਤਾਂ। ਇਸ ਕਰਕੇ ਆਪਣੇ ਸਰੀਰ ਨੂੰ ਸਾਰੇ ਨੂੰ ਹੀ ਸਮਝਾਉਣਾ ਪੈਂਦਾ। ਅੱਖਾਂ ਨੂੰ ਸਮਝਾਓ, ਇਹ ਮੇਰੇ ਅੱਖੋ, ਇਹ ਨੇਤਰੋ ਮੇਰੇ, ਤੁਹਾਨੂੰ ਕੀ ਹੋ ਗਿਆ, ਤੁਸੀਂ ਕਿਉਂ ਗਲਤ ਪਾਸੇ ਚਲੇ ਜਾਂਦੇ ਹੋ। ਹਰ ਬਿਨ ਅਵਰ ਨਾ ਦੇਖੋ ਕੋਈ, ਵਾਹਿਗੁਰੂ ਤੋਂ ਬਿਨਾ ਹੋਰ ਨਾ ਦੇਖੋ ਕੋਈ। ਸਾਰਿਆਂ ਵਿੱਚ ਵਾਹਿਗੁਰੂ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਤਾਂ ਕੋਲੇ ਵੀ ਨੇ, ਗੋਬਿੰਦ ਅੰਦਰ ਵੀ ਨੇ, ਗੋਬਿੰਦ ਬਾਹਰ ਵੀ ਨੇ, ਗੋਬਿੰਦ ਤਾਂ ਦੇਖਦੇ ਨੇ ਆਪਾਂ ਨੂੰ। ਮਹਾਰਾਜ ਕਹਿੰਦੇ ਮੈਂ ਤੇਰੀਆਂ ਸਾਰੀਆਂ ਕਰਤੂਤਾਂ ਜਾਣਦਾ, A to Z, ਜੀ ਜਿੱਥੇ ਮਰਜ਼ੀ ਲੋਕੇ ਤੂੰ ਕਰ, ਮੈਂ ਉੱਥੇ ਕੋਲੇ ਹੀ ਹੁੰਦਾ ਤੇਰੇ। ਖੜੇ ਤਾਂ ਆਪਣੇ ਕੋਲੇ ਹੀ ਹੁੰਦੇ ਨੇ। ਇਹ ਮਨ ਦੇ ਅੰਦਰ ਮਹਿਸੂਸ ਕਰਨਾ ਹਰ ਵਕਤ ਕਿ ਕੋਲ ਖੜੇ ਤੁਸੀਂ ਦੇਖਦੇ ਹੋ ਮੇਰੇ। ਬਸ ਮਹਾਰਾਜ ਤੁਸੀਂ ਦੇਖ ਹੀ ਰਹੇ ਹੋ, ਸਾਰਾ ਮੇਰਾ ਹਾਲ ਤੁਸੀਂ ਦੇਖਦੇ ਹੋ, ਤੁਸੀਂ ਜਾਣਦੇ ਹੋ ਜਿਹਾ ਜਿਹਾ ਮੈਂ ਹੈਗਾ। ਕਈ ਤਾਂ ਉਹ ਲੋਕ ਨੇ ਜਿਹੜੇ ਗਲਤੀ ਕਰਨਾ ਨਹੀਂ ਚਾਹੁੰਦੇ ਪਰ ਕਰਦੇ ਨੇ। ਇੱਕ ਉਹ ਲੋਕ ਨੇ ਜਿਹੜੇ ਗਲਤੀ ਕਰਨੀ ਹੀ ਚਾਹੁੰਦੇ ਨੇ। ਇੱਕ ਉਹ ਲੋਕ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ ਗਲਤੀ ਨਾ ਕਰਾਂ। ਇਹਨਾਂ ਸਾਰਿਆਂ ਨੂੰ ਸਤਿਗੁਰੂ ਜਾਣਦੇ ਨੇ। ਅਰਦਾਸਾਂ ਕਰੋ ਮਹਾਰਾਜ ਗਲਤੀ ਕਰਨੀ ਨਹੀਂ ਚਾਹੁੰਦੇ, ਗਲਤੀ ਹੋ ਹੀ ਜਾਂਦੀ ਹੈ, ਇਹ ਕਿਰਪਾ ਕਰੋ ਗਲਤੀ ਨਾ ਹੋਵੇ। ਤੁਸੀਂ ਕੋਲ ਖੜੇ ਹੁੰਦੇ ਹੋ ਸਾਡੇ, ਹਰ ਵਕਤ ਰਹਿੰਦੇ ਹੀ ਕੋਲੋਂ, ਅਸੀਂ ਤੁਹਾਡੇ ਵਿੱਚ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਉਹ ਤਾਂ ਆਏ ਤੇ ਗਏ। ਕਈ ਲੋਕ ਕਹਿੰਦੇ ਗੁਰੂ ਨਾਨਕ ਦੇਵ ਜੀ ਆਏ ਤੇ ਫਿਰ ਚਲੇ ਗਏ। ਨਾ ਗੁਰੂ ਨਾਨਕ ਦੇਵ ਜੀ ਆਏ ਨੇ ਨਾ ਗਏ ਨੇ, ਉਹ ਤਾਂ ਆਪਣਾ ਨਵਾਂ ਆਇਆ ਗਿਆ ਮੋਇਆ ਨਾ ਹੋ। ਉਹ ਤਾਂ ਆਪਾਂ ਆਉਣ ਜਾਣ। ਗੁਰੂ ਨਾਨਕ ਦੇਵ ਜੀ ਤਾਂ ਹੁਣੇ ਵੀ ਕੋਲ ਹੀ ਨੇ ਆਪਣੇ। ਗੁਰੂ ਨਾਨਕ ਦੇਵ ਜੀ ਸਿਰਫ ਪ੍ਰਗਟ ਹੋਏ ਸੀ, ਸਿਰਫ ਅਲੋਪ ਹੋਏ ਨੇ। ਉਹ ਨਾ ਕਿਤੇ ਆਏ ਨੇ ਨਾ ਕਿਤੇ। ਰੱਬ ਨੂੰ ਕਿਤੋਂ ਆਉਣਾ ਜਾਣਾ ਨਹੀਂ ਹੁੰਦਾ ਹੈ, ਉਹ ਤਾਂ ਸਿਰਫ ਆਪਣੇ ਵਿੱਚ ਆਉਂਦੇ ਨੇ, ਪ੍ਰਗਟ ਹੁੰਦੇ ਨੇ ਸਾਹਮਣੇ। ਸਤਿਗੁਰੂ ਨਾਨਕ ਪ੍ਰਗਟਿਆ, ਪ੍ਰਗਟਿਆ ਲਿਖਿਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਰ ਬਿਨ ਅਵਰ ਨਾ ਦੇਖੋ ਕੋਈ, ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਨਾ ਦੇਖੋ। ਜੇ ਕੋਈ ਬਣਨਾ, ਕੁਛ ਬ੍ਰਹਮ ਗਿਆਨ ਵਿੱਚ ਜਾਣਾ, ਕੋਈ ਚੰਗੀ ਅਕਲ ਲੈਣੀ ਹੈ, ਨਦਰੀ ਹਰ ਨਿਹਾਲਿਆ, ਨਦਰੀ ਇਹਨਾਂ ਅੱਖਾਂ ਦੇ ਨਾਲ ਹਰੀ ਨੂੰ ਨਿਹਾਲਿਆ ਦੇਖਣਾ ਕਰੋ। ਤੱਕੋ ਇਹਨਾਂ ਅੱਖਾਂ ਦੇ ਨਾਲ ਵਾਹਿਗੁਰੂ ਨੂੰ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਵਿਸ਼ਵ ਸੰਸਾਰ ਦੋ ਅੱਖਰ ਨੇ। ਇਹ ਸਾਰਾ ਹੀ ਸੰਸਾਰ ਚ ਜਿੰਨਾ ਤੁਸੀਂ ਦੇਖਦੇ ਹੋ ਕੁੱਲ, ਕਦੇ ਕਦੇ ਆਪਾਂ ਨਾਂ ਲੈਂਦੇ ਹਾਂ ਸਾਰਾ ਸੰਸਾਰ, ਉਹਦਾ ਮਤਲਬ ਹੁੰਦਾ ਕਿ 7 ਅਰਬ ਦੀ ਸਿਰਫ ਬੰਦਿਆਂ ਦੀ ਆਬਾਦੀ। ਆਪਾਂ ਜ਼ਿਆਦਾ ਬੰਦਿਆਂ ਦੀ ਗੱਲ ਕਰਦੇ ਹਾਂ। ਇੱਥੇ ਕਹਿੰਦੇ ਇਹੋ ਵਿਸ਼ਵ ਸੰਸਾਰ ਜਿੰਨਾ, ਬੋਲਣ ਵਿੱਚ ਵੇਸੀ ਹੈ ਪਾਠ, ਭਈ ਕੁੱਲ ਟੋਟਲ 84 ਲੱਖ ਜੂਨ ਜਿੰਨੀ ਵੀ ਹੈ ਇਹ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਹ ਸਾਰਾ ਹੀ ਹਰੀ ਦਾ ਹੀ ਰੂਪ ਹੈ। ਹਰੀ ਦਾ ਹੀ ਪ੍ਰਭਾਵ ਹੋਣ ਕਰਕੇ ਕੀੜੀ ਤੁਰੀ ਫਿਰਦੀ ਹੈ, ਬੰਦੇ ਵੀ ਤੁਰੇ ਫਿਰਦੇ ਨੇ। ਆਤਮਾ ਇਹ ਇੱਕ ਹੈ, ਸਾਰਿਆਂ ਵਿੱਚ ਇੱਕੋ ਹੀ ਆਤਮਾ ਕੰਮ ਕਰੀ ਜਾਂਦੀ। ਇਹੋ ਹਰ ਕਾ ਰੂਪ ਹੈ, ਇਹ ਹਰੀ ਦਾ ਹੀ ਰੂਪ ਹੈ। ਹਰ ਰੂਪ ਨਦਰੀ ਆਇਆ, ਹਰੀ ਦਾ ਰੂਪ ਵੀ ਮੈਨੂੰ ਨਦਰ ਵਿੱਚ ਆਇਆ। ਆਇਆ ਕਿਵੇਂ ਜੀ? ਕਹਿੰਦੇ ਗੁਰ ਪ੍ਰਸਾਦੀ ਬੁੱਝਿਆ, ਗੁਰਾਂ ਦੀ ਕਿਰਪਾ ਨਾਲ ਮੈਂ ਬੁੱਝਿਆ ਸਮਝਿਆ ਹੈ। ਜਦ ਗੁਰਾਂ ਦੀ ਕਿਰਪਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਗੁਰ ਭੇਟ ਪਨੀਤਾ ਹੋਏ ਆ। ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ। ਜਦੋਂ ਮੈਂ ਵੇਖਿਆ ਗੁਰੂ ਦੀ ਕਿਰਪਾ ਨਾਲ ਤਾਂ ਸਾਰਿਆਂ ਵਿੱਚ ਇੱਕ ਵਾਹਿਗੁਰੂ ਹੀ ਨਜ਼ਰ ਆਉਂਦਾ ਹੈ, ਦੂਸਰਾ ਨਜ਼ਰ ਹੀ ਨਹੀਂ ਆਉਂਦਾ ਹੈ। ਸਾਰੇ ਕਿਤੇ ਗੋਬਿੰਦ ਪਰਮੇਸ਼ਰ ਆਪ ਹੀ ਨੇ, ਦੂਸਰਾ ਨਹੀਂ ਨਜ਼ਰ ਆਉਂਦਾ। ਹਰ ਬਿਨ ਅਵਰ ਨਾ ਕੋਈ, ਹਰੀ ਤੋਂ ਬਿਨਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਕਹੇ ਨਾਨਕ ਇਹ ਨੇਤਰ ਅੰਧ ਸੇ
महाराज गुरु अमरदास जी फरमाउंदे तीसरे पातशाह तीसरे गुरु नानक देव जी तीजे रूप च होके कहंदे ये नेत्र अन्ने सी, इन्हां नूं कुछ नहीं सी पता, हुण भी अन्ने ने। आपां कहिए मैनूं दिखदा, ये कित्थे दिखदा, इन्ना कुं तां सारिआं नूं दिखदा जिन्ना कुं तैनूं दिखदा, ਉਹ ਦਿਖਣਾ ਹੋਰ ਹੁੰਦਾ। ਉਹ ਅੰਦਰੋਂ ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਆ ਤਾਂ ਉਹ ਕੁਝ ਹੋਰ ਹੀ ਦਿਖਦਾ। ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ, ਸਤਿਗੁਰੂ ਨੂੰ ਮਿਲਣੇ ਕਰਕੇ ਦਿਵ ਦ੍ਰਿਸ਼ਟੀ ਖੁੱਲੀ ਅੰਦਰੋਂ। ਹੁਣ ਦੀ ਜਿਹੜੀ ਦ੍ਰਿਸ਼ਟੀ ਹੈ ਅੰਦਰੋਂ, ਜਿੰਨਾ ਕੁ ਅੰਦਰੋਂ ਅਕਸ ਪੈਂਦਾ ਹੈ ਬੁੱਧੀ ਤੋਂ, ਮਨ ਤੋਂ, ਇੰਦਰੀਆਂ ਤੋਂ, ਇੰਨੇ ਕੁ ਤੱਕ ਆਪਾਂ ਨੂੰ ਬਾਹਰ ਵੀ ਦਿਖਦਾ ਹੈ। ਜਦੋਂ ਅੰਦਰੋਂ ਆਤਮਾ ਦਾ ਪ੍ਰਕਾਸ਼ ਹੋ ਗਿਆ, ਅੰਦਰੋਂ ਆਤਮਿਕ ਪ੍ਰਕਾਸ਼ ਖੁੱਲਿਆ, ਤਾਂ ਆਪਣੀ ਵੀ ਦਿਵ ਦ੍ਰਿਸ਼ਟੀ ਬਹੁਤ ਦੂਰ ਤੱਕ ਚਲੀ ਜਾਣੀ। ਸਧਾਰਨ ਬੱਲਬ ਹੈ ਭਈ, ਮੇਰੇ ਸਕੂਟਰ ਕਾਰ ਦੀ ਲਾਈਟ ਨਹੀਂ ਚੰਗੀ ਪੈਂਦੀ, ਟਿਊਬਾਂ ਪਾ ਦਿੰਦੇ ਨੇ ਬਈ, ਤਿੱਖੀ ਲਾਈਟ ਵੱਜਦੀ ਦੂਰ ਤੱਕ ਪ੍ਰਕਾਸ਼ ਕਰ ਦਿੰਦੀ। ਕਹਿੰਦੇ ਵੀ ਸੂਰਜ ਚੜ੍ਹ ਗਿਆ ਰਾਤ ਨੂੰ, ਉਹ ਲਾਈਟਾਂ ਵਿੱਚ ਵੀ ਫਰਕ ਹੈ। ਇਸੇ ਤਰ੍ਹਾਂ ਅੱਖਾਂ ਵਿੱਚ ਵੀ ਫਰਕ ਪੈ ਜਾਂਦਾ। ਜਦੋਂ ਸਤਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਅੱਖਾਂ ਨਾਲ ਬਹੁਤ ਕੁਝ ਦੇਖਣ ਲੱਗ ਜਾਂਦਾ ਹੈ। ਜਿਹਦੀਆਂ ਅੱਖਾਂ ਖੁੱਲੀਆਂ ਨੇ ਉਹਨੂੰ ਪਤਾ ਕਿ ਇਸ ਹਾਲ ਵਿੱਚ ਕਿੰਨਾ ਕੁਝ ਬੈਠਾ ਹੈ। ਸਧਾਰਨ ਵਿਅਕਤੀ ਨੂੰ ਸਿਰਫ ਇੰਨੀ ਸੰਗਤ ਹੀ ਦਿਖਦੀ ਹੈ, ਇੰਨੀ ਕੁ ਸੰਗਤ ਕਥਾ ਸੁਣਨ ਆਈ ਹੈ। ਤੁਹਾਨੂੰ ਇਹ ਨਹੀਂ ਪਤਾ ਵੀ ਇੱਥੇ ਕਿੰਨੀ ਸੰਗਤ ਕਥਾ ਸੁਣਦੀ ਹੈ, ਇਹ ਸਾਰਿਆਂ ਨੂੰ ਨਹੀਂ ਪਤਾ। ਇਹ ਸਿਰਫ ਦਿਵ ਦ੍ਰਿਸ਼ਟੀ ਵਾਲਿਆਂ ਨੂੰ ਗਿਆਨ। ਹਾਂ, ਜੇ ਵਾਹਿਗੁਰੂ ਨੇ ਕਿਤੇ ਕਿਰਪਾ ਕਰਤੀ, ਆਪਣੇ ਵਿੱਚੋਂ ਕਿਸੇ ਦੀ ਦਿਵ ਦ੍ਰਿਸ਼ਟੀ ਖੋਲ ਦਿੱਤੀ, ਉਹ ਫਿਰ ਉਦੋਂ ਕਹੇਗਾ ਵੀ ਹਾਂ ਬਈ ਇਹ ਗੱਲ ਠੀਕ ਹੈ ਬਿਲਕੁਲ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਮੇਰੀਆਂ ਅੱਖਾਂ ਅੰਨੀਆਂ ਸੀ, ਸਤਿਗੁਰੂ ਮਿਲਿਆ ਦਿਵ ਦ੍ਰਿਸ਼ਟ ਹੋਈ। ਤਾਂ ਸਤਿਗੁਰੂ ਨੂੰ ਮਿਲਣੇ ਕਰਕੇ ਮੇਰੀ ਦਿਵ ਦ੍ਰਿਸ਼ਟੀ ਖੁੱਲ ਗਈ, ਤਾਂ ਮੈਨੂੰ ਸਾਰੇ ਕਿਤੇ ਨਜ਼ਰ ਆਇਆ, ਸਭ ਕੁਝ ਨਜ਼ਰ ਆਇਆ ਭਈ ਇਹ ਤਾਂ ਬੜਾ ਵੱਡਾ ਸੰਸਾਰ ਹੈ, ਜਿਹਨੂੰ ਅਸੀਂ ਛੋਟਾ ਜਿਹਾ ਮੰਨਿਆ ਹੋਇਆ ਹੈ। ਵਿਆਪਕ ਰੂਪ ਦੇ ਵਿੱਚ ਪਰਮੇਸ਼ਰ ਦੇ ਦਰਸ਼ਨ ਦਿਵ ਦ੍ਰਿਸ਼ਟੀ ਖੁੱਲਣ ਨਾਲ ਹੀ ਹੁੰਦੇ ਨੇ। ਉਦੋਂ ਬੰਦਾ ਜਾ ਕੇ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਵਾਹਿਗੁਰੂ ਵਾਹਿਗੁਰੂ। ਕੰਨ ਲਾਏ ਹੋਏ ਨੇ ਮਹਾਰਾਜ ਕਹਿੰਦੇ, ਮੈਂ ਤਾਂ ਇਸ ਕਰਕੇ ਲਾਏ ਸੀ ਕਿ ਇਹਨਾਂ ਕੰਨਾਂ ਨਾਲ ਬਾਣੀ ਸੁਣੋਗੇ। ਅੱਖਾਂ ਦਾ ਉਪਦੇਸ਼ ਹੋ ਚੁੱਕਿਆ, ਕੰਨਾਂ ਨੂੰ, ਸਰੀਰ ਨੂੰ। ਸਤਿਗੁਰੂ ਮਹਾਰਾਜ ਹੁਣ ਕੰਨਾਂ ਨੂੰ ਉਪਦੇਸ਼ ਕਰਦਿਆਂ ਹੋਏ ਕਹਿੰਦੇ ਨੇ, ਏ ਸਰਵਣ ਹੋ ਮੇਰੇ ਹਉ, ਸਾਚਾ ਸੁਣਨਾ ਨੋ ਪਠਾਏ। ਸਰਵਣ ਹੋ ਮੇਰੇ ਹਉ, ਇਹ ਮੇਰੇ ਕੰਨੋਂ ਤੁਹਾਨੂੰ ਰੱਬ ਨੇ ਬਾਣੀ ਸੁਣਨ ਲਈ ਭੇਜਿਆ। ਕੰਨ ਬਾਣੀ ਸੁਣਨ ਨੂੰ। ਜੇ ਕੋਈ ਪੁੱਛੇ ਕੰਨ ਕਿਉਂ ਲਾਏ ਹੋਏ ਨੇ, ਕੰਨ ਬਾਣੀ ਸੁਣਨ ਨੂੰ ਲਾਏ ਹੋਏ ਨੇ। ਮਹਾਰਾਜ ਕਹਿੰਦੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਮੇਰੇ ਮਾਲਕ ਵਾਹਿਗੁਰੂ ਮੈਨੂੰ ਇਹ ਕੰਨਾਂ 'ਚ ਨਾ ਸੁਣਾਇਓ ਕਿ ਸਾਕਤ ਗੀਤ ਨਾਦ ਧੁਨ ਗਾਵਤ। ਜਿਹੜੇ ਸਾਕਤ ਬੰਦੇ ਗੀਤ ਗਾਣੇ ਗਾਉਂਦੇ ਨੇ, ਬੋਲਤ ਬੋਲ ਅਜਾਏ, ਇਹ ਜਿੰਨੇ ਵੀ ਬੋਲ ਬੋਲਦੇ ਨੇ ਅਜਾਈ ਚਲੇ ਜਾਣਗੇ। ਕਿੰਨੇ ਗਾਣੇ ਸੁਣ ਲਏ ਅੱਜ ਤੱਕ ਲੋਕਾਂ ਨੇ, ਕਰੋੜਾਂ ਗਾਣੇ ਸੁਣ ਲਏ ਹੋਣੇ, ਪਰ ਉਹਨਾਂ ਦਾ ਕੋਈ ਫਾਇਦਾ ਤਾਂ ਨਹੀਂ ਹੈ। ਉਹ ਤਾਂ ਐਵੇਂ ਅਜਾਈ ਚਲੇ ਗਏ। ਇੱਕ ਹਵਾ ਹੈ ਗੰਦੀ, ਉਹ ਗੰਦੀ ਹਵਾ ਮਨ ਨੂੰ ਗੰਦਾ ਕਰ ਜਾਂਦੀ ਹੈ ਤੇ ਮਿਲਦਾ ਕੁਝ ਨਹੀਂ। ਸਤਿਗੁਰੂ ਕਹਿੰਦੇ ਨੇ, ਕੀਰਤਨ ਨਾਲੋਂ ਕਿਉਂ ਨਫ਼ਰਤ ਹੋ ਗਈ ਤੁਹਾਨੂੰ? ਨਿਆਣੇ ਜੇ ਕੀਰਤਨ ਆ ਜਾਏ ਟੀਵੀ ਤੇ, ਚੈਨਲ ਹੀ ਬਦਲ ਦਿੰਦੇ ਨੇ। ਚੈਨਲ ਚਾਹੀਦਾ ਨਹੀਂ ਸਾਨੂੰ। ਜੇ ਕਿਤੇ ਰੇਡੀਓ ਤੇ ਕੀਰਤਨ ਆਵੇ, ਲੋਕ ਕਹਿੰਦੇ ਗਾਣੇ ਲਾਓ ਅੱਛੇ। ਮਹਾਰਾਜ ਕਹਿੰਦਾ, ਤੁਹਾਨੂੰ ਕੀ ਹੋਗਾ? ਤੁਹਾਨੂੰ ਕੰਨੋਂ ਫੜ ਕੇ ਤੁਹਾਨੂੰ ਖਿੱਚੀਏ ਤੁਹਾਡੇ ਕੰਨ। ਤੁਸੀਂ ਕੰਨ ਕਾਹਦੇ ਲਈ ਲਵਾਏ ਹੋਏ ਨੇ? ਫਿਰ ਲਾ ਦਿਓ ਇਹਨਾਂ ਨਾਲੋਂ। ਬਹੁਤ ਡਾਂਟਦੇ ਨੇ ਸੱਚੇ ਪਾਤਸ਼ਾਹ, ਕਿਉਂ ਕੰਨ ਲਾਏ ਨੇ, ਕਾਹਦੇ ਲਈ ਲਾਏ ਨੇ? ਨਾਮ ਸੁਣਨ ਵਾਸਤੇ। ਸੱਚ ਹੈ ਸੁਣਨਾ ਨੋ ਪਠਾਏ। ਸੱਚੇ ਅਕਾਲ ਪੁਰਖ ਨੇ ਤੁਹਾਨੂੰ ਨਾਮ ਬਾਣੀ ਸੁਣਨ ਲਈ ਭੇਜਿਆ ਹੈ। ਸਰੀਰ ਲਾਏ, ਸਰੀਰ ਦੇ ਨਾਲ ਲਾ ਕੇ ਸੁਣੋ ਸਤ ਬਾਣੀ। ਇਹਨਾਂ ਕੰਨਾਂ ਨਾਲ ਬਾਣੀ ਸੁਣਿਆ ਕਰੋ। ਦੇਖੋ ਸਤਿਗੁਰੂ ਦਾ ਬਚਨ ਮੰਨ ਕੇ ਦੇਖੋ। ਆਨੰਦ ਸਾਹਿਬ ਪੜ੍ਹਿਆ ਤਾਂ ਬਥੇਰੀ ਵਾਰੀ, ਇਹਨੂੰ ਮੰਨਿਆ ਤਾਂ ਕਦੇ ਨਹੀਂ ਹੈ। ਆਨੰਦ ਸਾਹਿਬ ਆਖੇ, ਮਹਾਰਾਜ ਨੇ ਕਿਹਾ ਪੜ੍ਹ ਲਿਓ ਰੋਜ਼ 5 ਬਾਣੀਆਂ। 5 ਬਾਣੀਆਂ ਪੜ੍ਹ ਕੇ ਫਿਰ ਮੰਨਿਆ ਤਾਂ ਕਦੇ ਨਹੀਂ ਨਾ ਹੈ, ਤਾਂ ਪੜ੍ਹ ਲਿਆ। ਅਸੀਂ 5 ਬਾਣੀਆਂ ਸਵੇਰੇ ਪੜ੍ਹ ਲਈਆਂ ਬਸ। ਤੇ 5 ਬਾਣੀਆਂ ਦੇ ਵਿੱਚ ਕੀ ਕਿਹਾ ਹੈ ਉਹ ਨਹੀਂ, ਉਹ ਸਾਡਾ ਕੰਮ ਨਹੀਂ ਗਾ ਮੰਨਣਾ। ਇੰਨਾ ਥੋੜਾ ਵੀ 5 ਬਾਣੀਆਂ ਪੜ੍ਹ ਲਈਆਂ ਸੀ।
ਫਿਰ ਆਪਾਂ ਨੂੰ ਵੀ ਚੁੱਪ ਕਰਨਾ ਪੈਂਦਾ, ਬਾਬਾ ਇਹ ਤਾਂ ਛੱਡ ਹੀ ਨਾ ਦੇਵੇ, ਇਹਦਾ ਕੀ ਪਤਾ ਲੱਗਦਾ। तो महाराज सच्चे पातशाह कहने ਜਿਹੜਾ ਕੰਨ ਲਾਏ ਨੇ ਇਹ ਬਾਣੀ ਸੁਣਨ ਨੂੰ ਲਾਏ ਨੇ, ਮੰਨਣ ਕਰੋ ਇਸ ਗੱਲ ਦਾ ਵੀ ਮੈਂ ਅੱਜ ਲਓ, ਅੱਜ ਹੀ ਦੇਖ ਲੈਂਦੇ ਵੀ ਅੱਜ ਤੁਸੀਂ ਸਾਰਾ ਦਿਨ ਬਾਣੀ ਸੁਣੀ ਜਾਓ, ਆਪਣੇ ਕੰਮ ਵੀ ਕਰੀ ਜਾਓ ਤੇ ਕੀਰਤਨ ਵੀ ਨਾਲ ਲਾ ਲਓ ਤੇ ਕੀਰਤਨ ਸੁਣੀ ਜਾਓ, ਵੀ ਇੱਕ ਦਿਨ ਸਾਰਾ ਦਿਨ ਕੀਰਤਨ ਨੂੰ ਸਮਰਪਿਤ ਕਰ ਦਿਓ ਆਪਣਾ, ਵੀ ਅੱਜ ਕੀਰਤਨ ਹੀ ਸੁਣੀ ਜਾਣਾ ਸਾਰਾ ਦਿਨ, ਅੱਜ ਮੈਂ ਬਾਣੀ ਹੀ ਸੁਣੀ ਜਾਣੀ। ਫਿਰ ਉਹਦਾ ਆਪਾਂ ਪ੍ਰਭਾਵ ਦੇਖਾਂਗੇ ਕੈਸਾ ਪੈਂਦਾ ਮਨ ਦੇ ਉੱਤੇ। ਭਾਈ ਮੈਂ ਗਾਣੇ ਨਹੀਂ ਸੁਣਨੇ, ਭਾਈ ਮੈਂ ਮਾੜੀਆਂ ਚੀਜ਼ਾਂ ਕੰਨਾਂ ਵਿੱਚ ਨਹੀਂ ਸੁਣਨੀਆਂ, ਭਾਈ ਜੇ ਕੋਈ ਨਿੰਦਾ ਕਰੇ ਮੇਰੇ ਕੋਲ ਮੈਂ ਨਹੀਂ ਸੁਣਨੀ, ਚੁਗਲੀ ਨਹੀਂ ਸੁਣਨੀ ਮੈਂ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦੇ ਬਚਨ ਨੂੰ, ਆਨੰਦ ਸਾਹਿਬ ਨੂੰ ਮੰਨੋ, ਆਨੰਦ ਸਾਹਿਬ ਨੂੰ ਪੜ੍ਹੋ ਵੀ ਤੇ ਆਨੰਦ ਸਾਹਿਬ ਨੂੰ ਮੰਨੋ ਵੀ, ਆਨੰਦ ਸਾਹਿਬ ਨੂੰ ਸੁਣੋ ਵੀ, ਆਨੰਦ ਸਾਹਿਬ ਨੂੰ ਕਮਾਉਣਾ ਹੈ। ਮਹਾਰਾਜ ਕਹਿੰਦੇ ਮੈਂ ਸੱਚ ਕਹਿਣਾ, ਜੇ ਤੁਸੀਂ ਬਾਣੀ ਕੰਨਾਂ ਨਾਲ ਸੁਣਨ ਲੱਗ ਜਾਓ ਨਾ ਸਾਰਾ ਦਿਨ, ਇਹਦਾ ਅਸਰ ਰਸਨਾ ਤੇ ਪੈਂਦਾ ਜਾ ਕੇ। ਜੋ ਕਿਸੇ ਬੰਦੇ ਨੂੰ ਆਪਾਂ ਕਹਿ ਦਈਏ, ਕੋਈ ਬੰਦਾ ਭੁੱਖਾ ਹੈ ਜਾਂ ਵੈਸੇ ਵੀ ਹੈ, ਕਿਸੇ ਵੀ ਬੰਦੇ ਨੂੰ ਕਹੇ ਵੀ ਚਟਪਟੀਆਂ ਚੀਜ਼ਾਂ ਖਾਣੀਆਂ, ਬਰਫੀ ਖਾਣੀ, ਸਮੋਸੇ ਖਾਣੇ, ਉਹਦੇ ਮੂੰਹ 'ਚ ਉਸੇ ਟਾਈਮ ਪਾਣੀ ਆ ਜਾਂਦਾ। ਕੰਨਾਂ ਨਾਲ ਸੁਣਿਆ ਤੇ ਮੂੰਹ 'ਚ ਪਾਣੀ, ਇਹ ਕੀ ਗੱਲ ਨਹੀਂ। ਕੰਨਾਂ ਦਾ ਤੇ ਰਸਨਾ ਦਾ ਸੰਬੰਧ ਹੈ, ਅੱਖਾਂ ਦਾ ਤੇ ਰਸਨਾ ਦਾ ਸੰਬੰਧ ਹੈ। ਅੱਖਾਂ ਨਾਲ ਵੀ ਚੀਜ਼ਾਂ ਦੇਖ ਕੇ ਮੂੰਹ 'ਚ ਪਾਣੀ ਆ ਜਾਂਦਾ ਤੇ ਕੰਨਾਂ ਨਾਲ ਵੀ ਸੁਣ ਕੇ ਪਾਣੀ ਆ ਜਾਂਦਾ। ਇਹ ਪਾਣੀ ਬੇਅਰਥ ਹੈ। ਇਸੇ ਪਾਣੀ ਨੂੰ ਆਪਾਂ ਨਾਮ ਰਸ ਵਿੱਚ ਤਬਦੀਲ ਵੀ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਜਿਤ ਸੁਣੀ ਮਨ ਤਨ ਹਰਿਆ ਹੋਆ, ਜਿਸ ਬਾਣੀ ਨੂੰ ਸੁਣ ਕੇ ਮਨ ਤੇ ਤਨ ਹਰਾ ਭਰਾ ਹੋ ਸਕਦਾ ਹੈ, ਹੋਇਆ ਵੀ ਹੈ ਕਈਆਂ ਦਾ, ਹੋਵੇਗਾ ਵੀ ਅੱਗੇ ਨੂੰ। ਹਰੇ ਦਾ ਮਤਲਬ ਇੱਥੇ ਕੀ ਹੈ? ਹਰਾ ਭਰਾ ਜਿਹੜਾ ਮਾਇਆ ਵਿੱਚੋਂ ਨਿਕਲ ਕੇ ਪ੍ਰਫੁੱਲਤ ਹੋ ਜਾਂਦਾ, ਆਤਮਿਕ ਖੇੜੇ ਵਿੱਚ ਆ ਜਾਂਦਾ ਹੈ, ਸਰੀਰ ਪ੍ਰਫੁੱਲਤ ਹੋ ਜਾਂਦਾ ਹੈ, ਹਲਕਾ ਫੁਲਕਾ ਹੋ ਜਾਂਦਾ ਹੈ। ਹੁਣ ਭਾਰੇ ਸਰੀਰ ਨੇ ਆਪਣੇ, ਬੋਝਲ ਜੇ ਸੁਸਤੀ ਦੇ ਮਾਰੇ ਹੋਏ, ਕਈ ਤਰ੍ਹਾਂ ਦੀਆਂ ਬਿਮਾਰੀਆਂ। ਮਹਾਰਾਜ ਕਹਿੰਦੇ ਇਹ ਬਿਮਾਰੀਆਂ, ਇਹ ਦਲਿੱਦਰ, ਇਹ ਸਾਰਾ ਕੁਝ ਖਤਮ ਹੋ ਕੇ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਰਸਨਾ ਸਧਾਰਨ ਪਾਣੀ ਦੀ ਜਗ੍ਹਾ ਦੇ ਉੱਤੇ, ਜਿਹੜਾ ਪਾਣੀ ਮੂੰਹ 'ਚ ਆਉਂਦਾ ਪਦਾਰਥਾਂ ਨੂੰ ਦੇਖ ਕੇ ਸੁਣ ਕੇ, ਉਹਦੀ ਜਗ੍ਹਾ ਦੇ ਉੱਤੇ ਰਸਨਾ ਰਸ ਵਿੱਚ ਸਮਾ ਜਾਂਦੀ। ਸਾਰਾ ਦਿਨ ਬਾਣੀ ਸੁਣਨ ਦੀ ਜੇ ਆਦਤ ਪਾ ਲਓ, ਮਛਲੀ ਸਾਰਾ ਦਿਨ ਪਾਣੀ 'ਚ ਰਹਿੰਦੀ ਹੈ, ਉਹਦਾ ਜੀਵਨ ਵੀ ਪਾਣੀ ਹੈ। ਇੱਕ ਸੈਕਿੰਡ ਲਈ ਬਾਹਰ ਕੱਢੀਏ ਤੜਫ ਕੇ ਡਿੱਗਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਬਣ ਜਾ, ਜਿਵੇਂ ਸਰੋਵਰ ਵਿੱਚ ਮੱਛਲੀ ਹੈ ਨਾ, ਤੂੰ ਵੀ ਗੁਰੂ ਦੇ ਅੰਮ੍ਰਿਤ ਸਰੋਵਰ ਦੀ ਮੱਛਲੀ ਬਣ ਜਾ। 24 ਘੰਟੇ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਸਾਰੀ ਜ਼ਿੰਦਗੀ ਉਹਦੀ ਪਾਣੀ ਵਿੱਚ ਹੀ ਗੁਜ਼ਰਦੀ ਹੈ, ਤੇਰੀ ਜ਼ਿੰਦਗੀ ਬਾਣੀ ਵਿੱਚ ਹੀ ਗੁਜ਼ਰਨੀ ਚਾਹੀਦੀ। ਤੂੰ ਗੁਰੂ ਦੇ ਸਰੋਵਰ ਦਾ ਬਣ ਜਾ। ਇਸ ਕਰਕੇ ਇੱਥੋਂ ਲੈ ਆਨੰਦ। ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਉਹ ਜੋ ਸੱਚ ਸਰੂਪ ਹੈ, ਤਿੰਨਾਂ ਕਾਲਾਂ ਵਿੱਚ ਲਖਣ ਤੋਂ ਰਹਿਤ, ਸਮਝਣ ਤੋਂ ਰਹਿਤ, ਜਾਣਨ ਤੋਂ ਰਹਿਤ, ਵਿਡਾਣੀ ਜੋ ਹੈਰਾਨੀ ਜਨਕ ਅਕਾਲ ਪੁਰਖ ਹੈ, ਉਹਦੀ ਗਤ ਜੋ ਮਰਿਆਦਾ ਹੈ, ਅਵਸਥਾ ਹੈ, ਉਹ ਕਹੀ ਨਹੀਂ ਜਾ ਸਕਦੀ। ਤਾਂ ਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨੂੰ ਕੰਨਾਂ ਨਾਲ ਸੁਣੋ। ਸਵੇਰੇ ਉੱਠ ਕੇ, ਉੱਠਦਿਆਂ ਸਾਰ ਹੀ ਸ਼ੁਰੂ ਕਰ ਲਓ। ਇਸ਼ਨਾਨ ਬਾਅਦ ਚ ਕਰਾਂਗੇ, ਅੱਧਾ ਘੰਟਾ 15 ਮਿੰਟ ਜਿੰਨੇ ਵੀ ਹੋ ਸਕਦੇ, ਘੰਟਾ ਪਹਿਲਾਂ ਉੱਠਦਿਆਂ ਸਾਰ ਆਪਣਾ ਸਿਮਰਨ ਹੀ ਕਰੀ ਜਾਓ, ਵਾਹਿਗੁਰੂ 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 ਵਾਹਿਗੁਰੂ। ਕੰਨਾਂ ਨਾਲ ਸੁਣੋ। ਥੋੜੇ ਦਿਨਾਂ ਚ ਐਡਜਸਟਮੈਂਟ ਹੋਵੇਗੀ। ਪਹਿਲੇ ਦਿਨ ਮਨ ਕਾਲਾ ਪੈਂਦਾ, ਦੂਜੇ ਦਿਨ ਘੱਟ ਕਾਲਾ ਪਵੇਗਾ, ਤੀਜੇ ਦਿਨ ਹੋਰ ਘੱਟ ਹੋ ਜਾਏਗਾ। ਹੌਲੀ ਹੌਲੀ ਇੱਕ ਆਦਤ ਬਣ ਜਾਵੇਗੀ। ਹੌਲੀ ਹੌਲੀ ਮਨ ਦੀ ਮੰਗ ਹੋ ਜਾਵੇਗੀ ਵੀ ਮੈਨੂੰ ਲਿਆਓ ਬਈ, ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ। ਰਾਤ ਨੂੰ ਵੀ ਸੌਣ ਵੇਲੇ ਫੁਰਨਾ ਹੋ ਜਾਵੇ, ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ। ਪਹਿਲਾਂ ਅੰਗਰੇਜ਼ਾਂ ਨੇ ਚਾਹ ਪਿਆਈ ਫਰੀ ਲਾਹੌਰ ਦੇ ਵਿੱਚ, ਕਹਿੰਦੇ ਪੁਰਾਣੇ ਬਜ਼ੁਰਗ ਦੱਸਦੇ ਨੇ, ਉਹ ਤੁਰੇ ਜਾਂਦੇ ਬੰਦਿਆਂ ਨੂੰ ਦਿੰਦੇ ਸੀ ਪਾ ਕੇ ਕੱਪ 'ਚ ਚਾਹ। ਲੋਕ ਕਹਿੰਦੇ ਇਹ ਕੀ ਹੈ? ਕਹਿੰਦੇ ਪੀ ਕੇ ਤਾਂ ਦੇਖੋ।
ਵੀ ਤੁਹਾਨੂੰ ਜਿਹੜਾ ਗਾਲਣਾ ਅਸੀਂ ਇਸੇ ਤਰ੍ਹਾਂ ਹੀ ਗਾਲਣਾ, ਚਾਹ ਪਿਆ ਕੇ ਮਾਰਾਂਗੇ ਤੁਹਾਨੂੰ। ਲੋਕਾਂ ਨੂੰ ਪਹਿਲਾਂ ਫ੍ਰੀ ਪਿਆਈ, ਫਿਰ ਉਹ ਸਰੀਰ ਦੀ ਡਿਮਾਂਡ ਹੋ ਗਈ, ਫਿਰ ਹੌਲੀ ਹੌਲੀ ਪੈਸਿਆਂ ਦੀ ਮਿਲਣ ਲੱਗ ਪਈ ਤੇ ਹੁਣ ਹੱਡਾਂ 'ਚ ਵੜ ਗਈ। ਰੋਮ ਰੋਮ ਚਾਹ ਚਾਹ ਦਾ ਸਿਮਰਨ ਹੁੰਦਾ ਕਿ ਨਹੀਂ ਸਭ ਦੇ? ਘੜੀ ਕੇ ਬਾਅਦ ਚਾਹ, ਜੇ ਕਿਸੇ ਦੇ ਘਰ ਜਾਓ ਤਾਂ ਚਾਹ, ਦਫ਼ਤਰ ਜਾਓ ਤਾਂ ਚਾਹ, ਦੁਕਾਨ ਤੇ ਜਾਓ ਤਾਂ ਚਾਹ, ਤੇ ਹਾਂ ਸਾਰਾ ਦਿਨ ਵਾਹਿਗੁਰੂ ਛੱਡ ਕੇ ਚਾਹ ਦਾ ਜਾਪ ਜ਼ਿਆਦਾ ਹੋਣ ਲੱਗ ਗਿਆ। ਇਹ ਅੰਗਰੇਜ਼ਾਂ ਨੇ ਕਰਵਾਤਾ ਹਿੰਦੁਸਤਾਨ ਨੂੰ ਕਮਜ਼ੋਰ ਕਰਨ ਵਾਸਤੇ। ਇਹ ਇੱਕ ਆਦਤ ਬਣ ਜਾਂਦੀ ਹੈ ਅਮਲ ਦੀ। ਤੇ ਮਹਾਰਾਜ ਕਹਿੰਦੇ ਜੇ ਅਮਲ ਲਾਉਣਾ ਹੀ ਸੀ ਤਾਂ ਪ੍ਰਸ਼ਾਦੇ ਦਾਲ ਪ੍ਰਸ਼ਾਦ, ਤੇ ਅਮਲ ਜੇ ਲਾਉਣਾ ਹੁਣ ਨਾਮ ਦਾ ਲਾਓ। ਮਹਾਰਾਜ ਨੇ ਕਿਹਾ ਕਿ ਨਾਮ ਦਾ ਅਮਲ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਇਸ ਕਰਕੇ ਨਾਮ ਦਾ ਅਮਲ ਲਾ ਲਓ। ਪਹਿਲੇ ਦਿਨ ਔਖੇ ਸੌਖੇ ਜਪੋ, ਫਿਰ ਦੂਸਰਾ ਤੀਸਰਾ 10 ਦਿਨ, ਮਹੀਨਾ 2 ਮਹੀਨੇ, ਜਿਉਂ-ਜਿਉਂ ਸਮਾਂ ਵੱਧਦਾ ਜਾਵੇਗਾ ਤਿਉਂ-ਤਿਉਂ ਸਾਡਾ ਮਨ ਨਾਮ ਵਿੱਚ ਟਿਕ ਜਾਵੇਗਾ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣੈ ਨੋ ਪਠਾਏ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨੂੰ ਕੰਨਾਂ ਨਾਲ ਸੁਣੋ, ਪਵਿੱਤਰ ਹੋ ਜਾਓ, ਕਿਉਂਕਿ ਸੱਚੇ ਨੇ ਆਪਾਂ ਨੂੰ ਇਸੇ ਕੰਮ ਨੂੰ ਹੀ ਭੇਜਿਆ ਦੁਨੀਆ 'ਚ। ਆਪਾਂ ਜਿੰਨੇ ਵੀ ਕੰਮ ਕਰਦੇ ਆ ਇਹਦੇ ਬਦਲੇ ਤੁਹਾਨੂੰ ਕਿਸੇ ਨੇ ਸਿਹਰਾ ਨਹੀਂ ਪਾਉਣਾ। ਪਰਮਾਤਮਾ ਨੇ ਇਹ ਨਹੀਂ ਕਹਿਣਾ ਵੀ ਆਵੇ ਕਾਕਾ ਤੈਨੂੰ ਸਿਹਰਾ ਪਾਈਏ, ਭਾਈ ਆ ਤੂੰ ਬੜਾ ਚੰਗਾ ਕੰਮ। ਇਹਨਾਂ ਕੰਮਾਂ ਬਦਲੇ ਆਪਾਂ ਨੂੰ ਨਰਕ ਮਿਲਣਾ, ਕੁੱਟ ਮਿਲਣੀ ਹੈ। ਕਿਉਂ? ਤੈਨੂੰ ਕਿਹਾ ਸੀ ਇਹਨਾਂ ਕੰਮ ਕਰਨ ਨੂੰ, ਤੈਨੂੰ ਕਿਹਾ ਸੀ ਆਪਣੀ ਦਾਲ ਰੋਟੀ ਖਾਈ ਤੇ ਵਾਹਿਗੁਰੂ ਦੇ ਗੁਣ ਗਾਈ, ਤੇ ਤੂੰ ਉਧਰ ਦੂਜੇ ਪਾਸੇ ਜ਼ਿਆਦਾ ਚੱਲ ਪਿਆ। ਆਓ ਅੱਖਾਂ ਨੂੰ ਤੇ ਕੰਨਾਂ ਨੂੰ ਲਾਈਏ, ਮੂੰਹ ਨੂੰ ਲਾਈਏ, ਪੂਰੇ ਸਰੀਰ ਨੂੰ ਲਾਈਏ, ਰੋਮ ਰੋਮ ਕਰਕੇ ਕਹੀਏ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਅੱਗੇ ਛੁੱਟ ਗਏ। ਇੰਨਾ ਹੀ ਕੰਮ ਸੀ, ਕੋਈ ਬਹੁਤਾ ਔਖਾ ਵੀ ਨਹੀਂ ਸੀ। ਵਾਹਿਗੁਰੂ ਵਾਹਿਗੁਰੂ ਕਹਿਣਾ ਸੀ। ਕੀ ਤੇਰੇ ਅਸੀਂ ਹੱਥ ਫੜ ਲਏ ਸੀ ਉੱਥੇ ਵੀ ਵਾਹਿਗੁਰੂ ਨਾ ਕਹਿ, ਜਾਂ ਕੀ ਤੇਰੇ ਮੂੰਹ ਤੇ ਚੇਪੀ ਲਾਤੀ ਸੀ ਵੀ ਤੂੰ ਵਾਹਿਗੁਰੂ ਨਾ ਕਹਿ? ਰੋਕਿਆ ਤਾਂ ਨਹੀਂ ਅਸੀਂ ਤੈਨੂੰ, ਤੈਨੂੰ ਕੋਈ ਰੋਕਦੇ ਨਹੀਂ। ਮਾੜਾ ਜਿਹਾ ਤੈਨੂੰ ਕਹਿਤਾ ਚੰਗਾ ਕਰਿਆ ਕਰ, ਬਸ, ਹੋਰ ਕੀ ਕਰਨਾ ਸੀ। ਇਸ ਕਰਕੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਬੜੀ ਦੁਨੀਆ ਛੁੱਟੀ ਹੈ, ਤੂੰ ਵੀ ਛੁੱਟ ਜਾ। ਇਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬੈਰਾਗ ਦਾ ਬਖਸ਼ਿਆ। 37 ਪੌੜੀਆਂ ਸ੍ਰੀ ਅਨੰਦ ਸਾਹਿਬ ਦੀਆਂ ਸ਼ਰਵਣ ਕਰ ਚੁੱਕੇ ਹਾਂ। 38ਵੀਂ ਪੌੜੀ 'ਚ ਮਹਾਰਾਜ ਬਖਸ਼ਿਸ਼ ਕਰ ਰਹੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਵਾਹਿਗੁਰੂ ਜੀ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਹਰ ਜੋ ਅਕਾਲ ਪੁਰਖ ਵਾਹਿਗੁਰੂ ਹੈ, ਜੀਓ ਜੀਵ ਆਤਮਾ ਨੂੰ ਗੁਫਾ ਅੰਦਰ ਰੱਖ ਕੇ, ਇਸ ਸਵਾਸਾਂ ਵਾਲੇ ਸਰੀਰ ਵਿੱਚ ਇਹਨੂੰ ਰੱਖ ਕੇ ਜੀਵ ਆਤਮਾ ਨੂੰ ਵਾਜਾ ਪਵਨ ਵਜਾਇਆ। ਪੌਣ ਸਵਾਸਾਂ ਰੂਪੀ ਵਾਜਾ ਵਜਾਇਆ ਹੈ। ਮਾਤਾ ਦੇ ਉਦਰ ਵਿੱਚ ਵੀ ਰੱਖ ਕੇ ਇਸ ਨੂੰ ਪ੍ਰਸੂਤਾ ਭਾਵ ਹੋਇਆ, ਫਿਰ ਜੀਵਨ ਹੋਇਆ ਇਸ ਦਾ, ਫਿਰ ਇਹਦੇ ਹਿਰਦੇ ਦੇ ਵਿੱਚ ਜੋਤ ਰੱਖੀ ਆਪਣੀ, ਤੇ ਫਿਰ ਸਵਾਸ ਚੱਲਦੇ ਨੇ ਜਿਹੜੇ, ਇਹ ਵੀ ਵਾਜਾ ਵੱਜਦਾ। ਵਜਾਇਆ ਵਾਜਾ ਪੌਣ, ਇਹ ਪੌਣ ਦਾ ਵਾਜਾ ਵਜਾਇਆ। ਸਵਾਸ ਆਉਂਦੇ ਨੇ ਜਾਂਦੇ ਨੇ। 9 ਦੁਆਰੇ ਪ੍ਰਗਟ ਕੀਏ, 9 ਦਰਵਾਜੇ ਸਰੀਰ ਦੇ ਪ੍ਰਗਟ ਨੇ। 2 ਅੱਖਾਂ ਨੇ, 2 ਕੰਨ ਨੇ, 2 ਨੱਕ ਨੇ, ਭਾਵ 2 ਨਾਸਕਾਂ, ਇਹ ਇੱਕ ਮੁਖ ਹੋ ਗਿਆ ਹੈ। ਸੋ ਇਸੇ ਪ੍ਰਕਾਰ ਹੀ ਕਿਰਿਆ ਕਰਨ ਵਾਸਤੇ, ਗੰਦਗੀ ਆਦਿਕ ਵਾਸਤੇ ਵੀ ਦਰਵਾਜੇ ਲਾ ਦਿੱਤੇ। ਮਹਾਰਾਜ ਕਹਿੰਦੇ ਨੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ, ਉਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ, ਸਾਬੂਨ ਲਈਆ ਉਹ ਧੋਏ। ਐਸੀਆਂ ਪਵਿੱਤਰਤਾ ਵਾਲੇ ਦਰਵਾਜੇ ਵੀ ਲਾ ਦਿੱਤੇ ਹਨ। ਕੁੱਲ 9 ਦਰਵਾਜੇ ਹਨ। 10ਵਾਂ ਜਿਹੜਾ ਹੈ ਉਹਨੂੰ ਗੁਪਤ ਰੱਖਿਆ। ਉਹ ਜਿਹੜਾ ਆਪਣੇ ਸਿਰ ਦੇ ਵਿੱਚ ਜਾ ਕੇ ਤਾਲੂਏ ਸਥਾਨ ਤੇ ਹੈ। ਨਿੱਕਾ ਜਿਹਾ ਬੱਚਾ ਹੋਵੇ ਮਹੀਨੇ ਕੁ ਦਾ, 10 ਦਿਨ ਦਾ, ਉਹਦੇ ਤਾਲੂਏ ਦੇ ਵਿਚਕਾਰ ਇੱਕ ਪੋਲੀ ਪੋਲੀ ਥਾਂ ਹੁੰਦੀ ਬੜੀ, ਹੌਲੀ ਹੌਲੀ ਉਹ ਸਖਤ ਹੋ ਜਾਂਦੀ। ਉਹ ਪੋਲੀ ਜੀ ਜਿਹੜੀ ਥਾਂ ਉਹ 10ਮ ਦੁਆਰ ਹੀ ਹੁੰਦਾ।
ਮਹਾਰਾਜ ਕਹਿੰਦੇ ਨੇ ਉਹ ਜਿਹੜਾ 10ਵਾਂ ਦਵਾਰ ਹੈ ਉਹ ਗੁਪਤ ਰੱਖਿਆ ਹੋਇਆ। ਇਹ 9 ਦਰਵਾਜ਼ੇ, 9 ਦਰਵਾਜ਼ ਨਵੇਂ ਦਰ ਫੀਕੇ। ਇਹ 9 ਦਰਵਾਜ਼ੇ ਫਿੱਕੇ ਨੇ। ਅੱਖਾਂ ਗੰਦਗੀ ਗਿੜ ਨਿਕਲਦੀ ਹੈ, ਕੰਨਾਂ ਚੋਂ ਮੈਲ ਹੈ, ਨੱਕ ਚੋਂ ਗੰਦਗੀ ਹੈ, ਮੁੱਖ ਵਿੱਚੋਂ ਫਿਰ ਕਿਰਿਆ ਕਰਦੇ ਆ ਪਿਸ਼ਾਬ ਆਦਿਕ ਹੋਰ ਸਾਰੀਆਂ ਕਿਰਿਆਵਾਂ, ਇਹ ਵੀ ਗੰਦਗੀ। ਹੁਣ 10ਵਾਂ ਜਿਹੜਾ ਉੱਥੇ 10ਵੇਂ ਅੰਮ੍ਰਿਤ ਚੀਜ਼ ਹੈ, 10ਵੇਂ 'ਚ ਜਾ ਕੇ ਅੰਮ੍ਰਿਤ ਦੀ ਦਾਤ ਮਿਲਦੀ। ਹੁਣ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਦਰਵਾਜ਼ਾ ਪ੍ਰਗਟ ਨਹੀਂ ਹੁੰਦਾ ਕਿਸੇ ਦਾ। 9 ਦੇ ਸਵਾਦ ਤਾਂ ਆਪਾਂ ਦੇਖ ਲਏ, 9 ਨੂੰ ਤਾਂ ਉਪਦੇਸ਼ ਵੀ ਕਰ ਲਿਆ। ਇਹ ਨੇਤਰੋ ਮੇਰਿਓ, ਇਹ ਸਰਵਣੋ ਮੇਰਿਓ, ਇਹਨਾਂ ਨੂੰ ਤਾਂ ਉਪਦੇਸ਼ ਕਰ ਲਿਆ। ਇਹ ਮੇਰੇ ਮੂੰਹ, ਇਹ ਮੇਰੇ ਸਰੀਰ। ਪਰ ਮਹਾਰਾਜ ਕਹਿੰਦੇ 10ਵੇਂ ਦਾ ਗਿਆਨ ਕਰੋੜਾਂ ਬੰਦਿਆਂ ਵਿੱਚੋਂ ਕਿਸੇ ਇੱਕ ਨੂੰ ਜਾ ਕੇ ਹੁੰਦਾ। ਉਹ ਵੀ ਜੇ 10 ਦਰਵਾਜ਼ੇ, ਜੇ 9 ਦਰਵਾਜ਼ੇ ਆਪਣੇ ਬੰਦ ਕਰ ਲਵੇ ਤਾਂ 10ਵੇਂ ਜਾ ਕੇ ਆਨੰਦ ਆਉਣ ਲੱਗਦਾ। ਹੁਣ ਇਹ ਸਵਾਦ ਜਿਹੜੇ ਨੇ ਅੱਖਾਂ ਦਾ ਦੇਖਣਾ, ਜੇ ਕਿਸੇ ਨੂੰ ਕਹੀਏ ਨਾ ਟੀਵੀ ਦੇਖ, ਨਾ ਮੈਗਜ਼ੀਨ ਦੇਖ, ਨਾ, ਉਹ ਹਟ ਨਹੀਂ ਸਕਦਾ। ਮਹਾਰਾਜ ਹਟਾ ਦੇਣ ਤਾਂ ਹਟਾ ਦੇਣ, ਮੇਰੇ ਕਿਹਾ ਤਾਂ ਨਹੀਂ ਹਟਦਾ। ਉਦਾਂ ਕਹਿੰਦੇ ਹਾਂ ਰੱਬ ਦੇਖਣਾ, ਹਾਂ ਜੀ ਅਸੀਂ ਦਰਸ਼ਨ ਕਰਨੇ ਨੇ। ਮਹਾਰਾਜ ਕਹਿੰਦੇ ਜੇ ਕਈ ਕੰਨ ਨਾਲ ਕੋਈ ਗੱਲ ਨਾ ਸੁਣ, ਉਹ ਨਹੀਂ ਹਟ ਸਕਦਾ ਹੈ। ਸਤਿਗੁਰੂ ਕਹਿੰਦੇ ਜਦ ਤੱਕ ਤੂੰ 9 ਦਰਵਾਜ਼ਿਆਂ ਨੂੰ ਬਿਲਕੁਲ ਸੰਕੋਚ ਨਹੀਂ ਲੈਂਦਾ, ਉਦੋਂ ਤੱਕ ਤੈਨੂੰ 10ਵਾਂ ਨਹੀਂ ਦਿਖ ਸਕਦਾ। ਹੁਣ ਕੀ ਕਰੀਏ? ਕਹਿੰਦੇ ਗੁਰਦੁਆਰੇ ਲਾਏ ਭਾਵਨੀ। ਗੁਰੂਦੁਆਰੇ ਇਹਨਾਂ ਨੂੰ ਭਾਵਨੀ ਪ੍ਰੇਮ ਲਾਉਂਦਾ ਹੈ। ਗੁਰਦੁਆਰੇ ਲਿਜਾਂਦਾ, ਉਪਦੇਸ਼ ਸੁਣਾਉਂਦੇ ਨੇ, ਕੋਲ ਬਿਠਾਉਂਦੇ ਨੇ, ਸਮਝਾਉਂਦੇ ਨੇ, ਬੁਝਾਉਂਦੇ ਨੇ, ਮੰਨ ਜਾ। ਨਹੀਂ ਤਾਂ ਇੱਕ ਦਿਨ ਦੀ ਕਥਾ ਬਹੁਤ ਹੁੰਦੀ ਹੈ ਇੱਕ ਚੰਗੇ ਜਿਗਿਆਸੂ ਲਈ। ਆਪਾਂ ਆਪਣੇ ਮਨ ਨੂੰ ਰੋਜ਼ ਲਿਆ ਕੇ ਸੁਣਾਉਣੇ ਆ। ਇੱਥੇ ਬਹਿ ਕੇ ਹਾਂ ਹਾਂ ਕਰ ਛੱਡਦਾ, ਬਾਹਰ ਨਿਕਲ ਕੇ ਮੁੱਕਰ ਜਾਂਦਾ। ਠੀਕ ਉਸੇ ਤਰ੍ਹਾਂ ਹੀ ਜਿਵੇਂ ਰਾਤ ਨੂੰ ਸੌਣ ਵੇਲੇ ਕਹਿੰਦਾ ਸਵੇਰੇ ਉੱਠੂਗਾ 3 ਵਜੇ, ਜਦ ਸਵੇਰ ਹੁੰਦੀ ਹੈ ਉਦੋਂ ਮਨ ਮੁੱਕਰ ਜਾਂਦਾ ਆਪਣਾ, ਚਲੋ ਕੀ ਉੱਠਣਾ। ਇਸੇ ਤਰ੍ਹਾਂ ਹੀ ਇੱਥੇ ਵੀ ਉਪਦੇਸ਼ ਸੁਣ ਕੇ ਹਾਂ ਹਾਂ ਕਰਕੇ ਬਾਹਰ ਜਾ ਕੇ ਮੁੱਕਰ ਜਾਂਦਾ। ਮਹਾਰਾਜ ਕਹਿੰਦੇ ਹੁਣ ਕਿਸੇ ਕਿਸੇ ਨੂੰ ਭਾਵਨਾ ਪੈਦਾ ਕਰ ਦਿੱਤੀ ਅੰਦਰ, ਇੱਕ ਨਾ 10ਵਾਂ ਦੁਆਰ ਦਿਖਾਇਆ, ਇੱਕ ਨਾ ਨੂੰ ਕਿਸੇ ਕਿਸੇ ਨੂੰ ਆਪਣਾ 10ਵਾਂ ਦੁਆਰ ਜਿੱਥੇ ਵਾਹਿਗੁਰੂ ਆਪ ਬਿਰਾਜਮਾਨ ਨੇ, ਉਹ ਫਿਰ ਕਿਸੇ ਕਿਸੇ ਨੂੰ ਦਿਖਾ ਦਿੰਦੇ ਨੇ। ਬੜੀ ਮਿਹਨਤ ਤੋਂ ਬਾਅਦ ਹੁੰਦਾ ਹੈ। ਸਾਰੇ ਸਵਾਦ ਛੱਡ ਕੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਫਰੀਦ ਜੀ ਨੇ ਕਾਠ ਦੀ ਰੋਟੀ ਹੀ ਪਾ ਲਈ ਆਪਣੇ ਗਲ ਦੇ ਵਿੱਚ, ਜੇ ਭੁੱਖ ਲੱਗਣੀ ਉਹਨੂੰ ਦੰਦੀ ਵੜ ਦੇਣੀ। ਰੋਟੀ ਨਹੀਂ ਸੀ ਖਾਂਦੇ, ਛੱਡ ਦਿੱਤੀ ਬਿਲਕੁਲ ਹੀ। ਅੱਖਾਂ ਨੂੰ ਸੰਤੋਖ ਲਿਆ ਚਾਰੇ ਪਾਸਿਓਂ, ਕੰਨਾਂ ਨੂੰ ਸੰਕੋਚ ਲਿਆ, ਮੂੰਹ ਨੂੰ ਬੰਦ ਕਰ ਲਿਆ। ਇਸ ਤਰ੍ਹਾਂ ਆਪਣਾ ਸਾਰਾ ਕੁਝ ਰੋਕ ਕੇ ਫੇਰ ਜਿਵੇਂ 4 ਮੰਜ਼ਿਲਾ ਮਕਾਨ ਹੋਵੇ ਉਹਦੇ ਚ ਪਾਣੀ ਚੌਥੀ ਮੰਜ਼ਿਲ ਤਾਂ ਹੀ ਹੋ ਜਾਂਦਾ ਜੇ ਥੱਲੇ 3 ਮੰਜ਼ਿਲਾਂ ਵਾਲੇ ਟੂਟੀਆਂ ਮਾੜੀਆਂ ਬੰਦ ਕਰਨ। ਉਹ ਰੌਲਾ ਪਾਉਂਦੇ ਨੇ, ਉਹ ਭਾਈ ਥੱਲੇ ਟੂਟੀ ਬੰਦ ਕਰੋ, ਅਸੀਂ ਵੀ ਨਹਾਉਣਾ, ਉੱਪਰ ਪਾਣੀ ਨਹੀਂ ਆ ਰਿਹਾ। ਹੁਣ ਉੱਪਰ ਪਾਣੀ ਤਾਂ ਜਾਵੇ ਜੇ ਥੱਲੇ ਵਾਲੇ ਬੰਦ ਕਰਨ। ਉਸੇ ਤਰ੍ਹਾਂ ਹੀ ਹੈ ਕਿ ਜੇ ਆਪਾਂ ਆਪਣੇ ਬੰਦ ਕਰੀਏ ਸਾਰੇ ਦਰਵਾਜ਼ੇ ਤਾਂ 10ਵਾਂ ਦੁਆਰ ਹੈ ਹੀ ਬਿਲਕੁਲ ਉੱਪਰਲੀ ਮੰਜ਼ਿਲ ਤੇ ਹੈ, ਤਾਲੂਏ ਸਥਾਨ ਤੇ। ਉੱਥੇ ਤੱਕ ਹੁਣ ਆਪਣਾ ਮਾਈਂਡ ਜਾਂਦਾ ਹੀ ਨਹੀਂ, ਉੱਥੇ ਤੱਕ ਜਾਂਦਾ ਹੀ ਨਹੀਂ, ਇਹ ਥੱਲੇ ਥੱਲੇ ਹੀ। ਇਹ ਹੋ ਗਿਆ ਸਵਾਦੂ ਮਨ, ਸਵਾਦਾਂ ਵਾਲਾ ਮਨ ਹੋ ਗਿਆ। ਸਵਾਦ ਲੈਂਦਾ ਲੈਂਦਾ 10ਵੇਂ ਦੇ ਸਵਾਦ ਨੂੰ ਲੈ ਸਕੇ। ਜਦ 10ਵੇਂ ਦੁਆਰ ਦਾ ਸਵਾਦ ਆ ਗਿਆ ਫਿਰ ਕਹਿੰਦੇ ਨੇ 9 ਦਰਵਾਜ਼ੇ ਫਿੱਕੇ ਪੈ ਜਾਣਗੇ। ਮਹਾਰਾਜ ਕਹਿੰਦੇ ਜਦੋਂ ਉੱਥੇ 10ਵੇਂ ਦੁਆਰ ਵਿੱਚ ਜਾ ਕੇ ਪਹੁੰਚਦਾ ਹੈ, ਹੌਲੀ ਹੌਲੀ ਕਿਰਪਾ ਹੁੰਦੀ ਹੈ ਕਿਸੇ ਕਿਸੇ ਤੇ, ਤਾਂ ਅਨੇਕ ਰੂਪ, ਉੱਥੇ ਅਨੇਕ ਤਰ੍ਹਾਂ ਦੇ ਰੂਪਾਂ ਨੂੰ ਦੇਖਦਾ ਹੈ। ਫਿਰ ਬਾਹਰ ਨੂੰ ਨਹੀਂ ਆਉਂਦਾ ਮਨ, ਤਾਂਹੀਓ ਤਾਂ 10ਵੇਂ ਦੁਆਰ ਵਾਲਿਆਂ ਦੀ ਸਮਾਧੀ ਛੇਤੀ ਖੁੱਲਦੀ ਨਹੀਂ ਹੈ, ਕਿਉਂਕਿ ਅੰਦਰ ਹੀ ਬੜਾ ਨਜ਼ਾਰਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਫਿਰ ਸਭ ਕੁਝ ਅੰਦਰ ਹੈ, ਸੂਰਜ, ਤਾਰੇ, ਚੰਦਰਮਾ, ਧਰਤੀਆਂ, ਬ੍ਰਹਮੰਡ, ਇਹ ਦੁਨੀਆ, ਸਭ ਕੁਝ ਅੰਦਰ ਹੀ ਦਿਖਦਾ। ਫਿਰ ਬਾਹਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਫਿਰ ਸਾਰਾ ਕੁਝ ਅੰਦਰ ਹੀ ਆ ਜਾਂਦਾ ਹੈ। ਉੱਥੇ ਜਾ ਕੇ ਉਦੋਂ
ਅਕਾਲ ਪੁਰਖ ਦੇ ਦਰਸ਼ਨ ਵੀ ਕਰਦਾ ਹੈ, ਪ੍ਰਕਾਸ਼ ਦੇ ਦਰਸ਼ਨ ਵੀ ਕਰਦਾ ਹੈ, ਬਹੁਤ ਕੁਛ ਹੈ। ਕਹਿੰਦੇ ਤਹ ਅਨੇਕ ਰੂਪ ਨਾਉ ਨਵ ਨਿਧ, ਇਸ ਦਾ ਅੰਤ ਨਾ ਜਾ ਹੀ ਪਾਇਆ। ਉੱਥੇ ਜਾ ਕਰਕੇ ਕਈ ਪ੍ਰਕਾਰ ਦੇ ਜੀਵ, ਕਈ ਤਰ੍ਹਾਂ ਦੇ ਉਹਨਾਂ ਦੇ ਨਾਮ, ਕਈ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਨਿੱਧੀਆਂ, ਉਹਨਾਂ ਦਾ ਫਿਰ ਅੰਤ ਨਹੀਂ ਪਾ ਸਕਦਾ। ਇੰਨਾ ਵੱਡਾ ਸਥਾਨ ਹੈ ਉਹ, ਸਾਰਿਆਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ। ਇਸੇ ਕਰਕੇ ਕਹਿੰਦੇ ਨੇ ਗਿੱਦੜ ਦਾਖ ਨਾ ਆਪੜਾ ਆਖੈ ਥੂ ਕੌੜੀ। ਜਿਹੜੇ ਕਹਿੰਦੇ ਦਸਮ ਦਵਾਰ ਨਹੀਂ ਹੈਗਾ, ਉਹ ਇਸੇ ਕਰਕੇ ਕਹਿੰਦੇ ਨੇ ਕਿਉਂਕਿ ਉਹ ਗਿੱਦੜ ਦਾਖ ਤੱਕ ਅੱਪੜ ਨਹੀਂ ਸਕਦਾ। ਉਹ ਕਹਿੰਦਾ ਅੰਗੂਰ ਖੱਟੇ ਖੱਟੇ ਇਸੇ ਕਰਕੇ ਵੀ ਸਾਰੀ ਰਾਤ ਤੂੰ ਬਹਿ ਨਹੀਂ ਸਕਦਾ, ਤੂੰ ਸੌਂ ਕੇ ਗੁਜ਼ਾਰਨੀ। 9 ਦਰਵਾਜ਼ਿਆਂ ਨੂੰ 10 ਇੰਦਰੀਆਂ ਨੂੰ ਤੂੰ ਕਾਬੂ ਨਹੀਂ ਕਰ ਸਕਦਾ ਆਪਣੇ। ਇਸ ਕਰਕੇ ਉੱਥੇ ਬੜੀ ਅਭਿਆਸ ਦੀ ਲੋੜ ਪੈਂਦੀ, ਮਿਹਨਤ ਦੀ ਲੋੜ ਪੈਂਦੀ। ਕਾਫੀ ਤਕਲੀਫ ਤੋਂ ਬਾਅਦ ਜਾ ਕੇ ਉੱਥੇ ਪਹੁੰਚਦਾ। ਸੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਰਨ ਵਜਾਇਆ। ਹਰੀ ਵਾਹਿਗੁਰੂ ਅਕਾਲ ਪੁਰਖ ਪਿਆਰੇ ਜੀ ਨੇ ਇਹ ਜੀਵ ਆਤਮਾ ਰੱਖ ਕੇ ਗੁਫਾ ਦੇ ਵਿੱਚ ਸਵਾਸਾਂ ਦੇ ਵਾਜੇ ਨੂੰ ਵਜਾਇਆ। ਸਵਾਸਾਂ ਦੇ ਵਾਜੇ ਵੱਜਦੇ ਨੇ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਹੁਣ ਆਨੰਦ ਸਾਹਿਬ ਦੀ ਉਸਤਤੀ ਕਰਦੇ ਨੇ 39ਵੀਂ ਪੌੜੀ ਦੇ ਵਿੱਚ। ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵਹੋ। ਮਹਾਰਾਜ ਕਹਿੰਦੇ ਇਹ ਜਿਹੜਾ ਸੱਚਾ ਸੋਹਿਲਾ ਸੱਚਾ ਗੀਤ ਹੈ, ਗੁਰਬਾਣੀ ਰਾਹੀਂ ਅਸੀਂ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਜਿਹੜੀ, ਇਹ ਸਾਚਾ ਘਰ ਗਾਵਹੋ। ਸਾਚਾ ਘਰ ਕਿਹੜਾ? ਸਾਧ ਸੰਗਤ। ਕਹਿੰਦੇ ਆਨੰਦ ਸਾਹਿਬ ਦਾ ਪਾਠ ਸੱਚੇ ਘਰ ਸਾਧ ਸੰਗਤ 'ਚ ਬਹਿ ਕੇ ਸਾਰੇ ਗਾਓ। ਗਾਵੋ ਤਾਂ ਸੋਹਿਲਾ ਘਰ ਸੱਚ ਹੈ। ਇਹ ਜਿਹੜਾ ਸੋਹਿਲਾ ਜਸ ਰੂਪ ਗੀਤ ਹੈ, ਪਰਮੇਸ਼ਰ ਦੀ ਬਾਣੀ ਹੈ, ਇਹ ਗਾਓ ਭਾਈ, ਪਰ ਗਾਓ ਸੱਚੇ ਘਰ ਵਿੱਚ। ਇਹਨੂੰ ਗਾਓ ਹਿਰਦੇ ਰੂਪੀ ਘਰ ਦੇ ਵਿੱਚ, ਸੰਗਤ ਵਿੱਚ ਬਹਿ ਕੇ ਹਿਰਦੇ ਰੂਪ ਘਰ ਵਿੱਚ ਆਨੰਦ ਨਾਲ ਟਿਕ ਕੇ ਗਾਓ। ਕਿਉਂਕਿ ਹੋਰ ਥਾਵਾਂ ਦੇ ਉੱਤੇ ਕਿਉਂ ਨਹੀਂ ਕਹਿੰਦੇ ਜਿੱਥੇ ਸਦਾ ਸੱਚ ਤੇ ਆਵਹੇ। ਕਹਿੰਦੇ ਜਿੱਥੇ ਸੰਗਤ ਵਿੱਚ ਸਦਾ ਹੀ ਸੱਚੇ ਨਾਮ ਨੂੰ ਹੀ ਧਿਆਉਂਦੇ ਨੇ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਨਾਮ ਬਾਣੀ ਦਾ ਪ੍ਰਵਾਹ ਚੱਲੀ ਜਾਂਦਾ ਜਿੱਥੇ। ਇਸ ਕਰਕੇ ਕਿਹਾ ਕਿ ਆਨੰਦ ਸਾਹਿਬ ਦਾ ਪਾਠ ਬਹਿ ਕੇ ਸੰਗਤ 'ਚ ਕਰਿਆ ਕਰੋ। ਇਕਾਂਤ ਬਹਿ ਕੇ ਵੀ ਕਰ ਸਕਦੇ ਹਾਂ, ਸੰਗਤ ਵਿੱਚ ਬਹਿ ਕੇ ਵੀ ਪੜ੍ਹਨਾ। ਮਹਾਰਾਜ ਨੇ ਕਿਉਂਕਿ ਜਦੋਂ ਆਨੰਦ ਸਾਹਿਬ ਲਿਖ ਕੇ ਸੰਪੂਰਨ ਕੀਤਾ ਸੀ, ਉਦੋਂ ਫਿਰ ਭਾਈ ਬੱਲੂ ਨੂੰ ਬੁਲਾ ਕੇ, ਆਪਣੇ ਪੁੱਤਰ ਭਾਈ ਮੋਹਰੀ ਨੂੰ ਬੁਲਾ ਕੇ ਸਾਰਿਆਂ ਨੂੰ ਕਿਹਾ ਸੀ ਸੰਗਤ ਨੂੰ, ਭਾਈ ਕੋਠੇ ਚੜ੍ਹ ਜਾਓ। ਉੱਪਰ ਕੋਠੇ ਤੇ ਬੈਠ ਕੇ ਢੋਲਕੀਆਂ ਛੈਣੇ ਲੈ ਕੇ ਇਹ ਆਨੰਦ ਬਾਣੀ ਨੂੰ ਉੱਚੀ ਉੱਚੀ ਗਾਇਨ ਕਰੋ। ਇਹ ਬਾਣੀ ਵਿੱਚ ਬਹੁਤ ਕੁਝ ਹੈ। ਸੱਚੋ ਧਿਆਵ ਹੈ ਜਾਤ ਉਦ ਭਾਵ ਹੈ। ਹੁਣ ਸੱਚ ਨੂੰ ਤਾਂ ਧਿਆਉਂਦੇ ਨੇ ਇਨਸਾਨ ਜਿਹੜੇ ਤੈਨੂੰ ਭਾਉਂਦੇ ਨੇ, ਉਦਾਂ ਤਾਂ ਧਿਆ ਨਹੀਂ ਸਕਦੇ। ਉਹ ਤਾਂ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਬਿਸਤਰੇ 'ਚ ਉਠਾ ਕੇ ਨਵਾ ਕੇ ਨਿਆਣਿਆਂ ਵਾਂਗੂ ਬਿਠਾ ਦੇ ਇੱਥੇ। ਜਿਵੇਂ ਮਾਂ ਆਪਣੇ ਛੋਟੇ ਜਿਹੇ ਪੁੱਤ ਨੂੰ ਜਦ ਧੁੱਪ ਚੜ੍ਹਦੀ ਹੈ ਸਰਦੀਆਂ 'ਚ, ਐ ਨਵਾ ਧਵਾ ਕੇ ਮੰਜੇ ਤੇ ਬਿਠਾ ਦਿੰਦੀ ਹੈ, ਸਜਾ ਕੇ, ਬਹਿ ਜਾ ਮੇਰਾ ਪੁੱਤ ਇੱਥੇ। ਇਉਂ ਹੀ ਮਹਾਰਾਜ ਕਰਦੇ ਨੇ। ਜਦ ਆਪਾਂ ਨੂੰ ਅੰਮ੍ਰਿਤ ਵੇਲੇ ਉਠਾਲ ਕੇ ਨਵਾ ਕੇ ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ। ਇਹ ਜਿਹੜੀਆਂ ਅੰਤਰੀਵ ਚੀਜ਼ਾਂ ਹੁੰਦੀਆਂ ਨੇ, ਇਹਨਾਂ ਨੂੰ ਆਪਾਂ ਕਦੇ ਖਾਸ ਨਹੀਂ ਦੇਖਿਆ। ਸਿਰਫ ਇਹਨਾਂ ਗੁਰਦੁਆਰੇ ਆਇਆ ਸੀ, ਮੈਂ ਚਲਿਆ ਗਿਆ। ਮਹਾਰਾਜ ਕਹਿੰਦੇ ਆਇਆ ਨਹੀਂ, ਲੈ ਕੇ ਆਇਆ ਤੈਨੂੰ ਮੈਂ ਛੱਡ ਕੇ ਵੀ ਆਉਣਾ। ਮੇਰੀ ਜ਼ਿੰਮੇਵਾਰੀ ਹੈ ਗੁਰਦੁਆਰੇ ਲੈ ਕੇ ਆਉਣ ਦੀ, ਤੈਨੂੰ ਘਰ ਛੱਡਣ ਦੀ। ਹੁਣ ਜਿੰਨਾ ਤੈਨੂੰ ਉਪਦੇਸ਼ ਮਿਲਿਆ, ਅੱਗੇ ਕਮਾਉਣਾ ਨਾ ਕਮਾਉਣਾ ਹੁਣ ਤੇਰੀ ਮਰਜ਼ੀ। ਜੇ ਤੂੰ ਬੇਨਤੀਆਂ ਕਰੇਂਗਾ ਤਾਂ ਉਹ ਵੀ ਕਮਾ ਲਏਗਾ। ਸੱਚੋ ਧਿਆਵ ਹੈ ਜਾਤ ਤੁਧ ਭਾਵ ਹੈ। ਜਦੋਂ ਤੈਨੂੰ ਪਾਉਂਦੇ ਆ ਉਦੋਂ ਹੀ ਨਾਮ ਜਪਦੇ ਜੀਵ। ਗੁਰਮੁਖ ਜਿਨ੍ਹਾਂ ਬੁਝਾਵਹਿ, ਜਿਨ੍ਹਾਂ ਨੂੰ ਗੁਰੂ ਦੇ ਰਾਹੀਂ ਸਮਝਾਉਂਦੇ ਹੋ। ਇਹ ਨਾਲ ਗੱਲ ਹੈ। ਵਾਹਿਗੁਰੂ ਆਪਾਂ ਨੂੰ ਲਿਆਉਣ ਵਾਲੇ ਨੇ, ਵਾਹਿਗੁਰੂ ਬਿਠਾਉਣ ਵਾਲੇ ਨੇ, ਪਰ ਕਹਿੰਦੇ ਗੁਰੂ ਦੇ ਰਾਹੀਂ ਸਮਝਾਉਣ ਵਾਲੇ ਨੇ। ਪਰਮੇਸ਼ਰ ਦੇ ਸਿੱਧੇ ਦਰਸ਼ਨ ਨਹੀਂ ਹੋ ਰਹੇ, ਪਰ ਗੁਰੂ ਗ੍ਰੰਥ ਸਾਹਿਬ ਦੇ ਤਾਂ ਹੋ ਰਹੇ ਨੇ। ਇਹ ਗੁਰੂ ਆਪ ਹੀ ਬਣ ਜਾਂਦੇ ਨੇ। ਪਰਮੇਸ਼ਰ ਆਪ ਹੀ ਗੁਰੂ ਹੋ ਕੇ ਉਪਦੇਸ਼ ਕਰ ਦਿੰਦੇ ਨੇ।
ਆਪ ਹੀ ਸਾਰਾ ਕੁਝ ਕਰਨਹਾਰ ਨੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਦੋ ਰੂਪ ਨੇ, ਇੱਕ ਨਿਰਗੁਣ ਵਿੱਚ ਨੇ, ਇੱਕ ਸਰਗੁਣ ਵਿੱਚ ਨੇ। ਸੋ ਜਿਵੇਂ ਕਿਸੇ ਪ੍ਰੇਮੀ ਨੇ ਮਹਾਰਾਜ ਨਾਲ ਬੇਨਤੀ ਕੀਤੀ ਕਿ ਮਹਾਰਾਜ ਨਾਲੇ ਤੁਸੀਂ ਨਿਰਗੁਣ ਸਰੂਪ ਵਿੱਚੋਂ ਫਿਰ ਸਰਗੁਣ ਵਿੱਚ ਹੋ ਗਏ। ਮਹਾਰਾਜ ਕਹਿੰਦੇ ਉਹ ਭਾਈ ਅਸੀਂ ਸੰਸਾਰ ਨੂੰ ਉਪਦੇਸ਼ ਕਰਨਾ ਸੀ, ਇਸ ਕਰਕੇ ਅਸੀਂ ਕਹਿੰਦੇ ਸਰਗੁਣ ਰੂਪ ਧਾਰਨ ਕਰ ਲਿਆ। ਇੱਕ ਕਹਿੰਦੇ ਜਿਵੇਂ ਰਾਜਾ ਹੁੰਦਾ ਹੈ, ਰਾਜ ਉਹਦਾ ਸਰਵ ਵਿਆਪਕ ਹੁੰਦਾ ਹੈ, ਉਹ ਰੂਪ ਇੱਕ ਧਾਰਨ ਕਰ ਲੈਂਦਾ, ਕਦੇ ਕੋਈ ਪੁਸ਼ਾਕਾ ਪਾ ਲਿਆ, ਕਦੇ ਕਿਸੇ ਰੰਗ ਦਾ ਪੁਸ਼ਾਕਾ। ਇਸੇ ਤਰ੍ਹਾਂ ਹੀ ਅਸੀਂ ਵੀ ਰੂਪ ਧਾਰਨ ਕਰ ਲਿਆ। ਅਸੀਂ 10 ਪੁਸ਼ਾਕੇ ਪਹਿਨੇ ਨੇ, ਹੁਣ 11ਵੇਂ ਵਿੱਚ ਬਿਰਾਜਮਾਨ ਆ ਸੰਸਾਰ ਦੇ ਉਧਾਰ ਵਾਸਤੇ। ਇਹੋ ਸੱਚ ਸਭਨਾ ਕਾ ਖਸਮ ਹੈ। ਇਹ ਜਿਹੜਾ ਸੱਚਾ ਨਾਮ ਹੈ ਇਹ ਸਾਰਿਆਂ ਦਾ ਮਾਲਕ ਹੈ। ਇਹ ਸੱਚਾ ਅਕਾਲ ਪੁਰਖ, ਸੱਚਾ ਉਹਦਾ ਨਾਮ, ਇਹ ਸਾਰਿਆਂ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਬਖਸ਼ੇ ਸੋ ਜਨ ਪਾਵਹਿ। ਇਹ ਜਿਹੜੀ ਨਾਮ ਦੀ ਦਾਤ ਹੈ, ਇਹ ਜਿਹਨੂੰ ਬਖਸ਼ਿਸ਼ ਕਰਦੇ ਨੇ ਉਹੀ ਜੀਵ ਪ੍ਰਾਪਤ ਕਰਦਾ ਹੈ ਨਾਮ ਦੀ ਦਾਤ। ਹੋਰ ਕਿਸੇ ਨੂੰ ਨਾਮ ਦੀ ਦਾਤ ਨਹੀਂ ਮਿਲਦੀ। ਜਦੋਂ ਖੁਦ ਦਿੰਦੇ ਨੇ ਨਾਮ, ਤਾਈਓ ਨਾਮ ਆਪਾਂ ਨੂੰ ਪ੍ਰਾਪਤ ਹੁੰਦਾ ਹੈ, ਗੱਲਾਂ ਨਾਲ ਨਹੀਂ। ਬਹਿ ਕੇ ਬੜੇ ਲੋਕ ਗੋਸ਼ਟੀਆਂ ਕਰਦੇ ਨੇ, ਬਹਿ ਕੇ ਬੜੇ ਵਿਦਵਾਨ ਇਕੱਠੇ ਹੋ ਜਾਂਦੇ ਯੂਨੀਵਰਸਿਟੀਆਂ 'ਚ, ਹੋਰ ਥਾਵਾਂ ਤੇ, ਉੱਥੇ ਹੁਣ ਨਾਮ ਤਾਂ ਮਿਲਣਾ ਰਿਹਾ। ਨਾਮ ਨੇ ਸਿਰਫ ਸਤਸੰਗ ਵਿੱਚ ਮਿਲਣਾ ਹੁੰਦਾ। ਜਦ ਤੱਕ ਸੰਗਤ ਨਹੀਂ ਹੁੰਦੀ ਉਦੋਂ ਤੱਕ ਨਾਮ ਨਹੀਂ ਮਿਲਦਾ। ਦੁਨੀਆ 'ਚ ਇੱਥੇ ਪਟਿਆਲੇ 'ਚ ਇੰਨੇ ਨੇ ਵੱਡੇ ਵਿਦਵਾਨ ਬੈਠੇ ਨੇ, ਉਹਨਾਂ 'ਚ ਪਰ ਕੋਈ ਕਥਾ 'ਚ ਨਹੀਂ ਆਊਗਾ, ਕੋਈ ਕੀਰਤਨ ਨਹੀਂ ਸੁਣੂਗਾ ਆ ਕੇ। ਤੇ ਆਊਗਾ ਵੀ ਮੱਥਾ ਟੇਕਣ ਵਾਸਤੇ, ਘੜੀ ਦੀ ਘੜੀ 5 ਮਿੰਟ ਉਹਨੇ ਵੱਧ ਤੋਂ ਵੱਧ ਖੜਨਾ, ਫਿਰ ਚਲੇ ਜਾਣਾ। ਕਿਉਂਕਿ ਵਿਦਵਾਨ ਸਿਮਰਨ ਦੇ ਨੇੜੇ ਨਹੀਂ ਜਾਂਦੇ, ਵਿਦਵਾਨ ਸੰਗਤ 'ਚ ਨਹੀਂ ਬਹਿ ਕੇ ਰਾਜੀ, ਵਿਦਵਾਨ ਨਾਮ ਜਪ ਕੇ ਖੁਸ਼ ਨਹੀਂ। ਨਾਮ ਅੰਮ੍ਰਿਤ ਵੇਲੇ ਉੱਠਣ, ਉਹਨਾਂ ਵਿੱਚ ਇੱਕ ਅੱਧਾ ਹੀ ਕੋਈ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ। ਉਹਨਾਂ ਵਿੱਚ ਇਹ ਗੱਲ ਆ ਗਈ ਕਿ ਮੈਂ ਵਿਦਵਾਨ ਹਾਂ, ਮੈਨੂੰ ਬਹੁਤ ਗਿਆਨ ਹੈ। ਆਹ ਜਿਹੜੇ ਬੈਠੇ ਇਹਨਾਂ ਨੂੰ ਤਾਂ ਕੱਖ ਦਾ ਨਹੀਂ ਪਤਾ ਹੈ। ਇਸ ਗੱਲੋਂ ਮਰ ਜਾਂਦੇ ਨੇ, ਧੋਖਾ ਖਾ ਜਾਂਦੇ ਨੇ। ਔਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਰਫ ਉਸੇ ਨੂੰ ਹੀ ਕਿਰਪਾ ਕਰਦੇ ਨੇ ਜਿਹੜਾ ਸੇਵਾਦਾਰ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਸੇਵਾਦਾਰ ਬਣ ਕੇ ਸੇਵਾ ਕੀਤੀ, ਤਾਈਓ ਦਾਤਾਂ ਲੈ ਗਏ ਉਹ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਸੇਵਾਦਾਰ ਬਣ ਕੇ ਦਾਤਾਂ ਲਈਆਂ ਨੇ। ਟੋਕਰੀ ਢੋਈ ਗੁਰੂ ਰਾਮਦਾਸ ਮਹਾਰਾਜ ਨੇ, ਬਹੁਤ ਟੋਕਰੀ ਢੋਈ। ਬੌਲੀ ਸਾਹਿਬ ਦੇ ਵਿੱਚੋਂ ਬਹੁਤ ਮਿੱਟੀ ਕੱਢੀ, ਆਪ ਜੀ ਨੇ ਸੇਵਾ ਕੀਤੀ ਹੈ। ਭਾਂਡੇ ਮਾਂਜੇ ਨੇ ਜੰਗਤ ਦੇ ਝੂਠੇ, ਕਿਉਂਕਿ ਇੱਥੇ ਕਰਨੀ ਪ੍ਰਧਾਨ ਹੈ। ਜਿਹੜਾ ਬੰਦਾ ਕਰੂਗਾ ਉਹੀ ਲੈ ਕੇ ਜਾਊਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨੂੰ ਬਖਸ਼ਿਸ਼ ਕਰੀਏ ਨਾਮ ਦੀ, ਉਸੇ ਨੂੰ ਹੀ ਹੁੰਦੀ ਹੈ। ਦੂਜਾ ਬੰਦਾ ਨਾਮ ਦੀ ਆਸ ਨਾ ਕਰੇ। ਸੇਵਾ ਕਰੋ, ਪਹਿਲਾਂ ਸਿਮਰਨ ਕਰੋ, ਮੁੱਢ ਸੇਵਾ ਹੈ ਆਪਣਾ। ਕਹੇ ਨਾਨਕ ਸੱਚ ਸੋਹਿਲਾ, ਸੱਚਾ ਘਰ ਗਾਵਹਿ। ਮਹਾਰਾਜ ਕਹਿੰਦੇ ਇਹ ਸੱਚਾ ਸੋਹਿਲਾ ਜਿਹੜਾ ਸੱਚਾ ਜਸ ਰੂਪ ਗੀਤ ਹੈ, ਸੱਚੇ ਘਰ ਸਾਧ ਸੰਗਤ 'ਚ ਬਹਿ ਕੇ ਗਾਓ। ਸੰਗਤ ਵਿੱਚ ਬਹਿ ਕੇ, ਗੁਰਦੁਆਰਾ ਸਾਹਿਬ ਬੈਠ ਕੇ ਆਨੰਦ ਸਾਹਿਬ ਦੇ ਪਹਿਲੇ ਪਾਠ ਕਰੋ। ਹੁਣ ਦੁਨੀਆ ਦੇ ਕੰਮ ਆਪਾਂ ਕਰਵਾਉਣੇ, ਸਾਰੇ ਕੰਮ ਆਪਣੇ ਅੜੇ ਪਏ ਨੇ, ਕੰਮ ਹੁੰਦੇ ਨਹੀਂ ਹੈ। ਉਹ ਮਹਾਰਾਜ ਕਹਿੰਦੇ ਨੇ ਮੈਂ ਤੁਹਾਨੂੰ ਸਾਫ਼ ਸਾਫ਼ ਲਿਖ ਦਿੱਤਾ ਹੈ। ਆਨੰਦ ਸੁਣੋ ਵਡ ਭਾਗੀ ਹੋ। ਇਹ ਜਿਹੜੀ ਬਾਣੀ ਆਨੰਦ ਹੈ, ਭਾਗਾਂ ਵਾਲਿਓ ਸੁਣੋ, ਵੱਡਿਆਂ ਭਾਗਾਂ ਵਾਲਿਓ ਆਨੰਦ ਰੂਪ ਬਾਣੀ ਨੂੰ ਸੁਣੋ। ਮੂੰਹ ਨਾਲ ਪੜੋ, ਕੰਨਾਂ ਨਾਲ ਸੁਣੋ। ਸਗਲ ਮਨੋਰਥ ਪੂਰੇ, ਜਿੰਨੇ ਵੀ ਮਨੋਰਥ ਨੇ ਆਪਣੀ ਜ਼ਿੰਦਗੀ ਦੇ, ਉਹ ਸਾਰੇ ਹੀ ਪੂਰੇ ਹੋ ਜਾਣਗੇ। ਇੱਕ ਆਨੰਦ ਸਾਹਿਬ ਪੜ੍ਹਨ ਨੂੰ ਕਹੀ ਹੈ ਮਹਾਰਾਜ ਨੇ 5 ਬਾਣੀਆਂ 'ਚ, ਉਹ ਇੱਕ ਆਨੰਦ ਸਾਹਿਬ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਫਿਰ ਜ਼ਿਆਦਾ ਕਿੱਥੋਂ ਪੜੋਗੇ? ਜ਼ਿਆਦਾ ਪੜੋਗੇ ਜ਼ਿਆਦਾ ਕੰਮ ਬਣੇਗਾ। ਜਿੰਨਾ ਕੁ ਕੰਮ ਵੱਡਾ ਹੈ ਉਹਦੇ ਹਿਸਾਬ ਨਾਲ ਹੀ ਬਾਣੀ ਪੜ੍ਹੀ ਜਾਂਦੀ। ਬਹੁਤ ਜ਼ਿਆਦਾ ਹੀ ਕੰਮ ਵੱਡਾ ਹੈ ਤਾਂ ਬਹੁਤੇ ਪਾਠ ਕਰੋ ਆਨੰਦ ਸਾਹਿਬ ਦੇ, ਕਿਉਂਕਿ ਗੁਰਾਂ ਨੇ ਆਪਣੀ ਕਲਮ ਨਾਲ ਸਿੱਧਾ ਲਿਖ ਦਿੱਤਾ ਹੈ ਕਿ ਸਗਲ ਮਨੋਰਥ ਪੂਰੇ, ਆਨੰਦ ਸੁਣੋ ਵਡਭਾਗੀ। ਪੜ੍ਹਿਓ। ਇੱਥੇ ਪੜ੍ਹਨ ਦੀ ਅਗਲੀ ਜਿਹੜੀ ਹੈ ਨਾ ਸਟੇਜ, ਉਹ ਲਿਖੀ। ਨਹੀਂ ਤਾਂ ਕਹਿੰਦੇ ਆਨੰਦ ਪੜ੍ਹਿਓ ਵਡਭਾਗੀਓ। ਮਹਾਰਾਜ ਕਹਿੰਦੇ ਪੜ੍ਹਿਓ ਤਾਂ ਪੜ੍ਹਿਓ, ਨਾਲ ਸੁਣਿਓ। ਮੈਂ ਤਾਂ ਸੁਣਨ ਨੂੰ ਕਿਹਾ।
ਜੇ ਕਿਉਂਕਿ ਅਖੀਰ 'ਚ ਵੀ ਤਾਂ ਕਹਿਣਗੇ ਜਾ ਕੇ ਸੁਣ ਤੇ ਪੁਨੀਤ, ਸੁਣਨ ਵਾਲੇ ਜ਼ਿਆਦਾ ਪੁਨੀਤ ਹੁੰਦੇ ਨੇ, ਉਹਨਾਂ ਤੇ ਜ਼ਿਆਦਾ ਕਿਰਪਾ ਹੁੰਦੀ, ਕਿਉਂਕਿ ਸੁਣਨ ਨਾਲ ਮਨ ਤੇ ਅਸਰ ਪੈਂਦਾ। ਜਦੋਂ ਆਪਾਂ ਕੰਨਾਂ ਨਾਲ ਬਾਣੀ ਸੁਣਦੇ ਹਾਂ ਤਾਂ ਮਨ ਵੀ ਸੁਣਦਾ, ਜਦੋਂ ਆਪਾਂ ਇਕੱਲੇ ਮੂੰਹ ਨਾਲ ਪੜ੍ਹਦੇ ਹਾਂ ਤਾਂ ਉਦੋਂ ਮਨ ਨਹੀਂ ਬਾਣੀ ਸੁਣਦਾ। ਇਸੇ ਕਰਕੇ ਆਪਣਾ ਮਨ ਟਿਕਦਾ ਨਹੀਂ, ਨਾ ਸੁਧਰਦਾ ਹੈ। ਕੋਈ ਵੀ ਬਾਣੀ ਹੈ ਉਹਨੂੰ ਕੰਨਾਂ ਨਾਲ ਜ਼ਰੂਰ ਸੁਣੋ, ਜਾਂ ਅੰਤਰੀਵ ਕੰਨ ਵੀ ਹੁੰਦੇ ਨੇ, ਉਹਨਾਂ ਨਾਲ ਧਿਆਨ ਦੇਣਾ ਬਾਣੀ ਵਿੱਚ ਕੀ ਬਾਣੀ ਕਹਿੰਦੀ ਹੈ। ਜਦੋਂ ਆਪਾਂ ਬਾਣੀ ਨੂੰ ਧਿਆਨ ਨਾਲ, ਪਹਿਲਾਂ ਤਾਂ ਹੌਲੀ ਹੌਲੀ ਹੁੰਦਾ, ਪਹਿਲਾਂ ਤਾਂ ਸੁਣ ਕੇ ਬਾਣੀ ਜਿਹੜੀ ਹੈ ਉਹ ਜਪਜੀ ਸਾਹਿਬ ਦਾ ਇਕੱਲਾ ਪਾਠ ਹੀ 1 ਘੰਟੇ 'ਚ ਹੁੰਦਾ, ਸੁਣ ਸੁਣ ਕੇ ਫਿਰ ਹੌਲੀ ਹੌਲੀ ਆਪਣੇ ਦਿਮਾਗ ਦੀ ਐਡਜਸਟਮੈਂਟ ਹੋ ਜਾਂਦੀ ਆ, ਅਰਥਾਂ ਦਾ ਗਿਆਨ ਫਿਰ ਉਹ ਅੱਧੇ ਘੰਟੇ 'ਚ ਵੀ ਹੋਣ। ਫਿਰ ਕਈ ਵਾਰੀ ਭਾਵੇਂ 5 ਮਿੰਟਾਂ ਜਪਜੀ ਸਾਹਿਬ ਕਰ ਲਓ, 5 'ਚ ਵੀ ਸਾਰਾ ਸੁਣ ਸਕੀਦਾ। ਫਿਰ ਪਹਿਲਾਂ ਉਹ ਟਿਕਾਉਣਾ ਪੈਂਦਾ ਉਹਨੂੰ, ਫਿਰ ਸੁਰਤੀ ਬਹੁਤ ਟਿਕ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਭਾਗਾਂ ਵਾਲਿਓ ਆਨੰਦ ਸਾਹਿਬ ਦਾ ਪਾਠ ਸੁਣੋ ਭਾਈ, ਸਾਰੇ ਮਨੋਰਥ ਪੂਰੇ ਹੋਣਗੇ। ਕਿਉਂ ਘਬਰਾਹਟ ਪਾਈ ਮਨ 'ਚ ਵੀ ਮੇਰਾ ਕੰਮ ਨਹੀਂ ਬਣਦਾ, ਜਦ ਅਸੀਂ ਲਿਖ ਦਿੱਤਾ ਹੈ ਕਿਉਂ ਨਾ ਪੂਰੇ ਹੋਣਗੇ। ਕੰਮ ਦੇ ਹਿਸਾਬ, ਛੋਟਾ ਕੰਮ ਹੈ ਥੋੜੇ ਪਾਠ ਕਰ ਲਓ, ਵੱਡਾ ਕੰਮ ਹੈ ਹੋਰ ਜ਼ਿਆਦਾ ਕਰ ਲਓ, ਹੋਰ ਜ਼ਿਆਦਾ ਕਰ ਲਓ। ਜਿੰਨਾ ਤੁਹਾਡਾ ਕੰਮ ਹੈ ਉਹਨੇ ਪਾਠ ਕਰੀ ਜਾਓ, ਨਹੀਂ ਤਾਂ 5 ਪਾਠ ਰੋਜ਼ ਕਰੀ ਜਾਓ। ਕਿਉਂਕਿ ਮੈਂ ਤਾਂ ਸਾਰਾ ਕੁਝ ਹੀ ਦੱਸਣਾ ਹੁੰਦਾ। ਕਈ ਕਹਿੰਦੇ ਅਸੀਂ ਕੀ ਕਰੀਏ, ਇੰਨਾ ਕੁਝ ਦੱਸ ਦਿੱਤਾ ਸਾਨੂੰ। ਇਹ ਤਾਂ ਜਿੱਥੇ ਕੁ ਮਨ ਖੜਦਾ ਤੁਹਾਡਾ ਉੱਥੇ ਖੜਾ ਲਓ, ਜਿੰਨਾ ਕੁ ਪਾਠ ਕਰਨਾ ਹੈ। ਹੁਣ ਕੋਈ ਮਨੋਰਥ ਹੈ ਤਾਂ ਮਹਾਰਾਜ ਕਹਿੰਦੇ ਆਨੰਦ ਸਾਹਿਬ ਨਾਲ ਐਸਾ ਮਨੋਰਥ ਪੂਰਾ ਵੀ ਹੁੰਦਾ ਕਿ ਪਾਰ ਬ੍ਰਹਮ ਪ੍ਰਭ ਪਾਇਆ। ਪਾਰ ਬ੍ਰਹਮ ਨਿਰਗੁਣ ਸਰਗੁਣ ਰੂਪ ਵਿੱਚ ਜਿਹੜਾ ਬ੍ਰਹਮ ਹੈ, ਜਿਹੜਾ ਵਿਆਪਕ ਹੈ, ਉਹ ਨਹੀਂ ਮਿਲਦਾ, ਪਰ ਆਨੰਦ ਸਾਹਿਬ ਨਾਲ ਮਿਲ ਜਾਂਦਾ। ਉਹ ਜੇ ਕੋਈ ਇਹ ਇੱਛਾ ਕਰੇ ਕਿ ਹੇ ਵਾਹਿਗੁਰੂ ਤੇਰੀ ਪ੍ਰਾਪਤੀ ਹੋਵੇ, ਕਹਿੰਦੇ ਤਾਂ ਆਨੰਦ ਸਾਹਿਬ ਪੜ੍ਹਿਆ ਮਿਲ ਜਾਏਗਾ, ਗੱਲਾਂ ਨਾਲ ਨਹੀਂ ਮਿਲਣਾ। ਕਿਉਂਕਿ ਆਪਣੇ ਕੋਲ ਗੱਲਾਂ ਨੇ ਬਹੁਤੀਆਂ, ਜਗਿਆਸੂ ਹਾਂ ਆਪਾਂ ਘੱਟ। ਜਗਿਆਸੂ ਬਣਨਾ ਪੈਂਦਾ ਹੈ, ਸਮਾਂ ਕੱਢਣਾ ਪੈਂਦਾ, ਤਾਂ ਜਾ ਕੇ ਕਿਤੇ ਕਿਰਪਾ ਹੁੰਦੀ। ਉਤਰੇ ਸਗਲ ਵਿਸੂਰੇ, ਜਿਨ੍ਹਾਂ ਨੇ ਆਨੰਦ ਸਾਹਿਬ ਦੇ ਪਾਠ ਨੂੰ ਸੁਣਿਆ ਹੈ, ਕਈ ਵਾਰੀ ਸੁਣੋ, ਇੱਕ ਪਾਠ ਕਰਕੇ ਸੁਣੋ, ਦੂਜਾ ਸੁਣੋ, ਫਿਰ ਤੀਜਾ ਸੁਣੋ, ਚੌਥਾ, 5ਵਾਂ ਪਾਠ ਸੁਣੋ, 10 ਪਾਠ ਸੁਣੋ। ਮੈਂ ਆਪਣੀਆਂ ਅੱਖਾਂ ਨਾਲ ਇਹ ਸਾਰੀਆਂ ਚੀਜ਼ਾਂ ਦੇਖੀਆਂ ਬਣਦੀਆਂ, ਪਾਠ ਕਰਦੇ ਹੋਏ। ਬੜੇ ਬੜੇ ਮਹਾਤਮਾ, ਹਜੂਰ ਸਾਹਿਬ ਸੀ ਜਦੋਂ 1975 'ਚ ਉੱਥੇ 2 ਮਹੀਨੇ ਰਹੇ ਸੀ, ਉਦੋਂ ਦੇਖਿਆ ਸੀ ਕਿ ਨਿਰਮਲੇ ਸੰਤ। ਅਸੀਂ ਵੀ ਉੱਥੇ ਬਾਬਾ ਆਤਰ ਸਿੰਘ ਜੀ ਦਾ ਬੁੰਗਾ ਹੈ, ਗੋਦਾਵਰੀ ਦੇ ਬਿਲਕੁਲ ਕਿਨਾਰੇ ਤੇ ਹੈ ਉਹ। ਅਸੀਂ ਉੱਥੇ ਪਾਠ ਕਰਦੇ ਸੀ ਬੈਠੇ। ਉਹ ਨਿਰਮਲੇ ਮਹਾਤਮਾ ਬਹੁਤ ਪਿਆਰ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਨੰਦ ਸਾਹਿਬ ਬੋਲ ਕੇ ਕਰਦੇ ਹੁੰਦੇ ਸੀ। ਮੈਨੂੰ ਬੜੇ ਚੰਗੇ ਲੱਗਦੇ ਸੀ। ਉਹ ਲਾਲ ਚਿਹਰਾ ਉਹਨਾਂ ਦਾ, ਬੜੇ ਮਹਾਂਪੁਰਖ ਸਨ, ਕੋਈ ਉਹ ਤਪੱਸਿਆ ਕਰਨ ਆਏ ਹੋਏ ਸਨ ਉੱਥੇ। ਬਹੁਤ ਸੋਹਣਾ ਆਨੰਦ ਸਾਹਿਬ ਪੜ੍ਹਦੇ ਸੀ। ਉਹਨਾਂ ਬਸ ਇੱਕ ਭੋਗ ਪਿਆ, ਫਿਰ ਦੂਜਾ ਸ਼ੁਰੂ ਕਰ ਲੈਣਾ, ਫਿਰ ਤੀਜਾ। ਸ਼ਾਮ ਤੱਕ ਉਹ 100 ਪਾਠ ਆਨੰਦ ਸਾਹਿਬ ਦਾ ਕਰ ਦਿੰਦੇ ਸੀ। ਇਸ ਕਰਕੇ ਮਹਾਰਾਜ ਕਹਿੰਦੇ ਜੇ ਕੁਝ ਕਰੋਗੇ, ਚਲੋ ਗ੍ਰਸਤੀ ਆ, ਅਸੀਂ ਗ੍ਰਸਤੀ ਦਾ ਰੌਲਾ ਪਾਉਨੇ ਵੀ ਅਸੀਂ ਗ੍ਰਸਤੀ ਆ, ਤਾਂ ਕੀ ਹੋ ਗਿਆ ਜੇ ਗ੍ਰਸਤੀ ਆ। ਗ੍ਰਸਤੀ ਦੇ ਹੱਥ ਪੈਰ ਤਾਂ ਨਹੀਂ ਬੰਨੇ ਮਹਾਰਾਜ ਨੇ। ਮਹਾਰਾਜ ਕਹਿੰਦੇ ਕਰ ਹੀ ਸਕਦੇ ਹੋ ਜੇ ਤੁਸੀਂ ਹਿੰਮਤ ਕਰੋ, ਹੋਰ ਕੰਮ ਵੀ ਤਾਂ ਕਰ ਹੀ ਲੈਂਦੇ ਹੋ। ਜਾਂ ਤਾਂ ਆਖੋ ਵੀ ਗ੍ਰਸਤੀ ਆ ਜੀ, ਅਸੀਂ ਤਾਂ ਬਸ ਕੋਈ ਕੰਮ ਨਹੀਂ ਕਰਦੇ, ਸਿਰਫ ਗ੍ਰਸਤੀ ਆ, ਹੋਰ ਕੋਈ ਕੰਮ ਨਹੀਂ ਕਰਦੇ। ਉਹ ਇੰਨਾ ਹੋਰ ਕੰਮ ਕਰ ਲੈਂਦੇ ਹੋ। ਮਕਾਨ ਬਣਾਉਣਾ 6-6 ਮਹੀਨੇ, ਸਾਲ ਦੀ ਲੋਕ ਛੁੱਟੀ ਲੈ ਕੇ ਮਕਾਨ ਬਣਾਉਂਦੇ ਨੇ। ਛੁੱਟੀ ਲੈ ਲਓ ਜਰਾ, ਤੇ ਮੈਂ ਤਾਂ ਆਨੰਦ ਸਾਹਿਬ ਦਾ 100 ਪਾਠ ਰੋਜ਼ ਕਰਨਾ, ਛੁੱਟੀ ਲੈ ਲਓ, ਇਹ ਮਿਲ ਜਾਂਦੀ, ਨਾਲ ਛੁੱਟੀ ਲੈ ਕੇ ਕਰ ਲਓ। ਬਹਾਨੇਬਾਜ਼ੀਆਂ ਨਾ ਕਰਿਆ ਕਰੋ ਵੀ ਮੈਥੋਂ ਤਾਂ ਇਹ ਹੁੰਦਾ ਹੀ ਨਹੀਂਗਾ। ਇਹ ਦੇਖੋ ਮੈਨੂੰ ਕਦੋਂ ਉਹਦਾ ਕੋਈ ਫਾਇਦਾ ਨਹੀਂ ਨਾ, ਤਾਂ ਤੁਸੀਂ ਕਰਨਾ, ਤੁਸੀਂ ਇਹ ਫਾਇਦਾ ਲੈਣਾ। ਜਦ ਆਖੋ ਮੈਨੂੰ ਕੋਈ ਲਾਲਚ ਹੈ ਵੀ ਮੈਂ ਤੁਹਾਨੂੰ ਤਾਂ ਜ਼ਿਆਦਾ ਪਾਠ ਕਹੇ ਨੇ। ਮੈਂ ਤਾਂ ਇਹੋ ਜਿਹੇ ਲੋਕ ਦੇਖੇ ਹੋਏ ਨੇ, ਕਿਉਂਕਿ ਮੈਂ ਮਹਾਤਮਾ ਨਾਲ ਰਹਿਣ ਕਰਕੇ ਦੇਖੇ ਨੇ। ਘਰਾਂ 'ਚ ਰਹਿ ਕੇ ਇਹੋ ਜਿਹੇ ਬੰਦੇ ਨਹੀਂ ਮਿਲਦੇ ਹੁੰਦੇ। ਅਸੀਂ ਵਿਚਰੇ ਬਹੁਤ ਥਾਵਾਂ ਤੇ ਗਏ, ਫਿਰ ਸਾਡਾ ਨਿਸ਼ਾਨਾ ਵੀ ਇਹੀ ਹੁੰਦਾ ਕੋਈ ਨਾਮ ਜਪਣ ਵਾਲਾ ਲੱਭੀਏ ਬੰਦਾ, ਉਹਨੂੰ ਪੁੱਛੀਏ। ਹਮੇਸ਼ਾ ਅਸੀਂ ਐਂ ਕਰਦੇ ਹਾਂ ਵੀ ਕਿਤੇ ਵੀ ਮਿਲ ਜਾਏ ਕੋਈ ਨਾਮ ਜਪਣ ਵਾਲਾ, ਉਹਨੂੰ ਕੋਈ ਤਰੀਕਾ ਪੁੱਛੀਏ, ਕਿੱਦਾਂ ਹੋਇਆ ਤੇਰੇ ਨਾਲ, ਕੀ ਪਾਠ ਕੀਤਾ, ਸ਼ੌਂਕ ਜੋ ਹੋਇਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗ੍ਰਸਤੀ ਬੰਦਿਆਂ ਲਈ ਹੀ ਮੈਂ ਆਨੰਦ ਸਾਹਿਬ ਦੇਖੋ ਰਚਿਆ, ਦੁੱਖ ਰੋਗ ਸੰਤਾਪ ਉਤਰੇ।
ਆਨੰਦ ਸਾਹਿਬ ਦਾ ਪਾਠ ਸੁਣੀ ਜਾਓ, ਦੁੱਖ ਵੀ ਸਾਰੇ, ਰੋਗ ਵੀ, ਤੀਨੇ ਤਾਪ ਇਹ ਵੀ ਉਤਰ ਜਾਣਗੇ, ਆਦੀ ਵਿਆਦੀ ਉਪਾਦੀ ਵੀ ਉਤਰ ਜਾਣਗੇ। ਸੁਣੀ ਸੱਚੀ ਬਾਣੀ, ਜਦੋਂ ਇਹ ਬਾਣੀ ਸੁਣੀ ਨਾ, ਸੱਚੀ ਬਾਣੀ ਹੈ, ਇਹ ਕੱਚੀ ਬਾਣੀ ਨਹੀਂ ਹੈ। ਆਨੰਦ ਸਾਹਿਬ ਦਾ ਪਾਠ ਮਹਾਰਾਜ ਕਹਿੰਦੇ ਬੈਠ ਕੇ ਸੁਣੋ, ਬਖਸ਼ਿਸ਼ ਹੁੰਦੀ ਹੈ। ਬਾਣੀ ਤਾਂ ਕੋਈ ਵੀ ਸੁਣੋ, ਬਖਸ਼ਿਸ਼ ਤਾਂ ਹੋਣੀ ਹੋਣੀ ਹੈ। ਹਰੇਕ ਬਾਣੀ ਦੇ ਪਿੱਛੇ ਮਹਾਤਮ ਵੀ ਦਿੱਤਾ ਗੁਰਾਂ ਨੇ। ਸਤਿਗੁਰੂ ਮਹਾਰਾਜ ਨੇ ਹਰ ਬਾਣੀ ਦੇ ਬਾਅਦ ਵਿੱਚ ਲਿਖਿਆ। ਸੁਖਮਨੀ ਸਾਹਿਬ ਦੇ ਬਾਅਦ ਚ ਕਿੰਨੀਆਂ ਬਖਸ਼ਿਸ਼ਾਂ ਲਿਖੀਆਂ ਨੇ। ਕਹਿੰਦੇ ਜੋ ਤੂੰ ਚਾਹੁੰਦਾ ਸੋਈ ਤੈਨੂੰ ਮਿਲ ਜਾਏਗਾ। ਹਰ ਇੱਕ ਬਖਸ਼ਿਸ਼ ਲਿਖੀ ਮਹਾਰਾਜ ਨੇ। ਸੰਤ ਸਾਜਨ ਭਏ ਸਰਸੇ, ਪਹਿਲਾਂ ਤਾਂ ਆਪਣੀਆਂ ਦਸੀਆਂ ਗ੍ਰਸਤੀਆਂ ਦੀਆਂ ਗੱਲਾਂ ਪਈ ਸਾਰਾ ਕੁਝ। ਹੁਣ ਸੰਤਾਂ ਸੱਜਣਾਂ ਨੂੰ ਕਹਿੰਦੇ ਜਿਹੜੇ ਸੰਤ ਮਹਾਤਮਾ ਨੇ ਉਹ ਵੀ ਇਹ ਬਾਣੀ ਪੜ੍ਹ ਕੇ ਭਾਈ ਪ੍ਰਸੰਨ ਹੋ ਜਾ ਕਰਨਗੇ। ਸਾ ਰਸੇ, ਸਹਿਤ ਰਸ ਦੇ ਹੋ ਜਾਣਗੇ, ਕਿਉਂਕਿ ਉਹਨਾਂ ਨੂੰ ਤਾਂ ਗ੍ਰਸਤੀਆਂ ਵਾਂਗੂ ਧਰਮ ਅਰਥ ਕਾਮ ਮੋਖ ਦੀ ਲੋੜ ਨਹੀਂ ਨਾ ਪੈਂਦੀ। ਸੰਤ ਮਹਾਤਮਾ ਤਾਂ ਉਹ ਤੋਂ ਮੰਗਦੇ ਨੇ ਨਾਮ ਦਾ ਰਸ ਬਖਸ਼ੋ, ਮਨ ਦੀ ਇਕਾਗਰਤਾ। ਕਹਿੰਦੇ ਉਹਨਾਂ ਦੀ ਵੀ ਕਲਿਆਣ ਕਰੇਗਾ ਆਨੰਦ ਸਾਹਿਬ, ਗ੍ਰਸਤੀਆਂ ਦਾ ਵੀ ਭਲਾ ਹੋਵੇਗਾ। ਕਹਿੰਦੇ ਇਹ ਗੱਲ ਕਿੱਥੋਂ ਜਾਣੀ ਤੁਸੀਂ? ਪੂਰੇ ਗੁਰ ਤੇ ਜਾਣੀ। ਕਹਿੰਦੇ ਇਹ ਗੱਲ ਮੈਂ ਪੂਰੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਜਾਣੀ, ਗੁਰੂ ਨਾਨਕ ਸਾਹਿਬ ਤੋਂ ਜਾਣੀ। ਉਹਨਾਂ ਨੇ ਕਿਰਪਾ ਕੀਤੀ ਹੈ। ਸੁਣਤੇ ਪੁਨੀਤ ਕਹਤੇ ਪਵਿੱਤ। ਆਨੰਦ ਸਾਹਿਬ ਦਾ ਪਾਠ ਸੁਣਨ ਵਾਲੇ ਤੇ ਕਹਿਣ ਵਾਲੇ ਸਾਰੇ ਹੀ ਪਵਿੱਤਰ ਹੋਣਗੇ। ਸੁਣਤੇ ਪੁਨੀਤ, ਸੁਣਨ ਨੂੰ ਜ਼ਿਆਦਾ ਮਹੱਤਵ ਦਿੱਤਾ ਹੋਇਆ, ਤੇ ਕਹਤੇ ਪਵਿੱਤ, ਕਹਿਣ ਵਾਲੇ ਪਵਿੱਤਰ ਨੇ। ਸੁਣਨ ਵਾਲੇ ਨੇ ਜਿਹੜੇ ਉਹ 3 ਗੁਣਾ ਵੱਧ ਜਾਂਦੇ ਨੇ। ਪਵਿੱਤਰ 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 ਪੁਨੀਤ। ਮੂੰਹ ਨਾਲ ਕਹਿਣ ਵਾਲੇ ਜਿਹੜੇ ਨੇ ਉਹ ਪਵਿੱਤਰ ਹੋ ਜਾਂਦੇ ਨੇ, ਉਹਨਾਂ ਦੇ ਮੁਖ ਪਰ ਚਾਰੇ ਚੀਜ਼ਾਂ ਆਪਾਂ ਲੈ ਲੈਂਦੇ ਹਾਂ। 3 ਵਾਰੀ ਪੁਨੀਤ ਵਾਲਾ ਗੁਣ ਵੀ ਆਪਾਂ ਲੈ ਲੈਂਦੇ ਹਾਂ ਤੇ ਕਹਿਣ ਵਾਲਾ ਵੀ। ਕਹਿੰਦੇ ਆਨੰਦ ਸਾਹਿਬ ਦਾ ਪਾਠ ਬੋਲ ਕੇ ਕਰੋ, ਇਹ ਵੀ ਆਪਾਂ ਨੂੰ ਮਿਲ ਗਿਆ ਲਾਭ। ਕਹਤੇ ਪਵਿੱਤ, ਤੇ ਆਪਣੇ ਹੀ ਕੰਨਾਂ ਨਾਲ ਸੁਣੀ ਜਾਓ। 3 ਗੁਣਾ ਤੁਸੀਂ ਪਵਿੱਤਰ, 4 ਗੁਣਾ ਵੱਧ ਪਵਿੱਤਰ ਹੋ ਜਾਣਾ ਤੁਸੀਂ। ਸਾਰਾ ਕੁਝ ਆਪਾਂ ਹੀ ਲਵਾਂਗੇ, ਆਪਾਂ ਹੀ ਬੋਲਾਂਗੇ ਇਸ ਜ਼ੁਬਾਨ ਨਾਲ। ਆਨੰਦ ਸਾਹਿਬ ਆਪਾਂ ਹੀ ਆਪਣੇ ਕੰਨਾਂ ਨਾਲ ਸੁਣਾਂਗੇ ਤੇ ਆਪਾਂ ਹੀ ਆਪਣਾ ਹਿਰਦਾ ਪਵਿੱਤਰ ਕਰਾਂਗੇ। ਸਤਿਗੁਰ ਰਹਿਆ ਭਰਪੂਰੇ। ਕਹਿੰਦੇ ਕਿਉਂ ਪਵਿੱਤਰ ਹੋਵਾਂਗੇ ਜੀ? ਕਹਿੰਦੇ ਕਿਉਂਕਿ ਬਾਣੀ ਵਿੱਚ ਸਤਿਗੁਰੂ ਆਪ ਭਰਪੂਰ ਨੇ। ਕਹਿੰਦੇ ਮੈਂ ਆਨੰਦ ਸਾਹਿਬ ਦੇ ਵਿੱਚ ਹੀ ਬੈਠਾ। ਜੇ ਤੁਸੀਂ ਕਹੋ ਹੁਣ ਤੀਜੇ ਪਾਤਸ਼ਾਹ ਚਲੇ ਗਏ, ਕਹਿੰਦੇ ਨਾ, ਮੈਂ ਆਨੰਦ ਸਾਹਿਬ ਦੇ ਵਿੱਚ ਆ। ਗੁਰੂ ਨਾਨਕ ਦੇਵ ਜੀ ਇਸ ਬਾਣੀ 'ਚ ਬੈਠੇ ਨੇ, ਗੁਰੂ ਅੰਗਦ ਦੇਵ ਜੀ ਬੈਠੇ ਨੇ। ਕਹਿੰਦੇ ਅਸੀਂ ਗੁਪਤ ਰੂਪ ਵਿੱਚ ਬੈਠੇ ਭਾਈ, ਅਸੀਂ ਦਰਸ਼ਨ ਦੇ ਰਹੇ ਤੁਹਾਨੂੰ। ਭਾਗਾਂ ਵਾਲਿਓ ਅੰਧ ਸੁਣੋ ਵਡਭਾਗੀਓ, ਭਾਗਾਂ ਵਾਲਿਓ ਸੁਣ ਲਓ ਇਹ ਬਾਣੀ। ਪਵਿੱਤਰ ਹੋ ਜਾਓਗੇ ਬਾਣੀ ਦੇ ਪੜ੍ਹਿਆ। ਪਵਿੱਤ ਹੋਏ ਸੇਜ ਨਾ ਜਿਨੀ ਹਰਿ ਧਿਆਇਆ। ਮਹਾਰਾਜ ਕਹਿੰਦੇ ਪਵਿੱਤਰ ਹੋ ਜਾਓਗੇ। ਬਿਨਵੰਤ ਨਾਨਕ, ਬੇਨਤੀ ਪੂਰਵਕ ਕਹਿੰਦੇ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਜੀ। ਕਹਿੰਦੇ ਗੁਰ ਚਰਨ ਲਾਗੇ। ਕਹਿੰਦੇ ਜਿਹੜੇ ਗੁਰਾਂ ਦੀ ਚਰਨੀ ਲਾਗੇ ਨੇ ਨਾ, ਮੈਂ ਬੇਨਤੀ ਪੂਰਵਕ ਸਾਰਿਆਂ ਨੂੰ ਕਹਿਣਾ, ਜਿਹੜੇ ਗੁਰਾਂ ਦੀ ਬਾਣੀ ਨਾਲ ਜੁੜ ਗਏ, ਚਰਨਾਂ ਨਾਲ ਜੁੜ ਗਏ, ਨਾਮ ਨਾਲ ਜੁੜ ਗਏ ਨੇ। ਵਾਜੇ ਅਨਹਦ ਤੂਰੇ, ਉਹਨਾਂ ਗੁਰਮੁਖਾਂ ਦੇ ਅੰਦਰ ਇੱਕ ਰਸ ਵਾਜੇ ਵੱਜ ਪਏ ਨੇ। ਨਾਮ ਦੇ ਵਾਜੇ, ਨਾਮ ਦੇ ਹੁਲਾਰੇ, ਨਾਮ ਦੇ ਫਰਾਟੇ ਚੱਲ ਪਏ ਉਹਨਾਂ ਦੇ ਅੰਦਰ। ਉਹਨਾਂ ਦੇ ਰੋਮ ਰੋਮ ਜਾਪ ਚੱਲਿਆ, ਉਹਨਾਂ ਦੇ ਹਿਰਦੇ 'ਚ ਜਾਪ ਚੱਲਿਆ। ਕਿਹਨਾਂ ਦੇ? ਕਹਿੰਦੇ ਜਿਹੜੇ ਲਾਗੇ ਗੁਰੂ ਦੇ ਚਰਨਾਂ ਨਾਲ, ਜਿਨ੍ਹਾਂ ਨੇ ਬਾਣੀ ਨੂੰ ਕੀਤਾ ਹੈ ਸ਼ਰਵਣ, ਜਿਨ੍ਹਾਂ ਨੇ ਆਨੰਦ ਸਾਹਿਬ